ਹੁਣ ਸਾਡੇ बहुत ही सत्कारयोग भाई साहब भाई जसबीर सिंह जी साबका जथेदार श्री अकाल तख्त साहब वो 40 मिनट वास्ते कथा द्वारा संगतां नूं निहाल करनगे और छोटे साहिबजादियां दी प्रथाए उन्हां दे जीवन उन्हां दी शहादत बारे आप जी नूं जाणू करवाउणगे। वाहिगुरु जी की फतेह। आप सब संगतां नूं चरणां विच बेनती की जाती है कि गुरुमुख प्यारिओ कोई भी आगू साहबान नाम लिखाउण ते ना आवे, ये बेनती प्रवान करियो। कोई भी आगू साहबान जां कोई भी बुलारा अज दा दिन और कल नूं 28 दिसंबर शाम तक 5 बजे तक कोई भी नाम स्टेज तो ना लिखाउण आवे ताकि 2 दिन आपां धार्मिक प्रोग्राम ही चलाउणे हन। सो आओ जो अपनी भुख हड़ताल सीगी वो 2 दिन वास्ते साडे सत्कारयोग सरदार हरजीत सिंह जी रवि जो साडे मैनेजमेंट कमेटी के मैंबर ने उन्होंने कहा भी 2 दिन वास्ते भुख हड़ताल मुलतवी की जाती है। उस तो अगे जिवें जथेबंदी अपना फैसला करेगी वो आप जी नूं भली भांत दस दिता जाएगा। आओ सिंह साहब भाई जसबीर सिंह जी साबका जथेदार श्री अकाल तख्त साहब 40 मिनट वास्ते आप जी नूं कथा द्वारा निहाल करनगे। वाहिगुरु साहिब जी ज्ञान ध्यान किस कर्म ना जाना सार ना जाना तेरी सब ते वड्डा सतगुर नानक जिन कल राखी मेरी कबीर मरता मरता जग मुआ मर पे न जानिया कोई ऐसी मरनी जो मराए बहुर न मरना होए कबीर जिस मरने ते जग डराए मेरे मन आनंद मरने ही ते पाइया पूर्ण परमानंद गगन दमामा बाजियो परियो निशाना काओ खेत जो मांडियो सूरमा अब जूझन को दाओ सूरा सो पहचानिया जो लड़ा दीन केत पुरजा पुरजा कट मरै कबू न छाड़ै खेत गुरु गरीब नवाज पंथ दे वाले सरबंस दानी चोजी प्रीतम दसम पातशाह कलगीधर पातशाह गुरु गोबिंद सिंह महाराज सच्चे पातशाह की बख्शिश की हुई फतेह सरबत संगतां ने सांझी करनी है। कोई भी रसना फतेह बुलाउण तो वांझी ना रवे। सतगुरु पातशाह कृपा करन सब नूं ही फतेह जाबी दे नाल जोड़न प्रेम नाल शरधा नाल टिका दे नाल आपां गुरु साहब दे समुचे परिवार दा
ਜੋ ਖਾਲਸਾ ਪੰਥ ਪਰਿਵਾਰ ਹੈ ਉਸ ਦਾ ਵੀ, ਤੇ ਜੋ ਸਤਿਗੁਰੂ ਦਾ ਬਿੰਦੀ ਪਰਿਵਾਰ ਹੈ ਉਸ ਦਾ ਵੀ ਆਪਾਂ ਕੁਰਬਾਨੀਆਂ ਭਰਿਆ ਇਤਿਹਾਸ ਸਾਂਝਾ ਕਰਨਾ ਹੈ। ਇਸ ਲਈ ਸਾਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਆਪ ਸਮੱਤ ਬਖਸ਼ੋ, ਸਮੱਤ ਬਖਸ਼ ਕੇ, ਬਲ ਬੁੱਧੀ ਬਖਸ਼ ਕੇ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਹਾੜੇ ਬਲਕਿ 6 ਪੋਹ ਤੋਂ ਲੈ ਕੇ 13 ਪੋਹ ਤੱਕ, ਅੱਜ ਦੇ ਦਿਨ ਤੱਕ ਇੱਕ ਇੱਕ ਦਿਨ ਸੈਂਕੜੇ ਸ਼ਹਾਦਤਾਂ ਦੇ ਨਾਲ ਇਹ ਇਤਿਹਾਸ ਸਿਰਜ ਗਿਆ। ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਇਹ ਬਚਨ ਕਹੇ ਸਨ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਫਿਰ ਬਚਨ ਕੀਤੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੌਤ ਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਲੱਖ ਹਜ਼ਾਰ। ਫਿਰ ਇਹ ਬਚਨ ਵੀ ਕੀਤਾ, ਸਵਾ ਲੱਖ ਸੇ ਏਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਹਨਾਂ ਬਚਨਾਂ ਦੇ ਦਾਇਰੇ ਵਿੱਚ ਰਹਿ ਕੇ ਆਪ ਜੀ ਦੇ ਨਾਲ 40 ਕੁ ਮਿੰਟ ਦੀ ਸਾਂਝ ਪਾਉਣੀ ਹੈ। ਇਤਿਹਾਸ ਤੋਂ ਆਪ ਸਾਰੇ ਹੀ ਵਾਕਫ ਹੋ, ਪਰ ਆਪਾਂ ਤਾਂ ਉਸ ਨੂੰ ਰਿਪੀਟ ਹੀ ਕਰਨਾ ਹੈ, ਉਸ ਦੀ ਸੰਥਿਆ ਪੜ੍ਹਨੀ ਹੈ, ਉਸ ਨੂੰ ਚੇਤੇ ਕਰਨਾ ਹੈ, ਤਾਂ ਕਿ ਸਾਡੇ ਮਨਾਂ ਦੇ ਅੰਦਰ ਕਲਗੀਧਰ ਪਾਤਸ਼ਾਹ ਦਾ ਬਖਸ਼ਿਆ ਹੋਇਆ ਸੰਦੇਸ਼, ਸਤਿਗੁਰੂ ਦੀ ਬਖਸ਼ੀ ਹੋਈ ਸਿੱਖੀ, ਸਤਿਗੁਰੂ ਦਾ ਬਖਸ਼ਿਆ ਹੋਇਆ ਨਿਤਨੇਮ, ਰਹਿਤ, ਖੰਡੇ ਦੇ ਅੰਮ੍ਰਿਤ ਦੀ ਦਾਤ, ਇਹਨਾਂ ਦਾਤਾਂ ਵੱਲ ਸਾਡਾ ਧਿਆਨ ਚਲਿਆ ਜਾਵੇ। ਇਸ ਕਰਕੇ ਆਪਾਂ ਏਡੇ ਵੱਡੇ ਸੰਘਰਸ਼ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦਾ ਇਹ ਜਿਹੜਾ ਸ਼ਹੀਦੀ ਜੋੜ ਮੇਲਾ ਮਨਾਉਣ ਦਾ ਉਪਰਾਲਾ ਕੀਤਾ ਹੈ, ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ, ਸਮੁੱਚੀਆਂ ਹੀ ਸਿੱਖ ਸੰਗਤਾਂ ਨੇ, ਸਾਰਿਆਂ ਨੇ ਮਿਲ ਕੇ ਉਪਰਾਲਾ ਕੀਤਾ ਹੈ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਸਾਧ ਸੰਗਤ ਜੀ ਆਓ ਗੁਰੂ ਇਤਿਹਾਸ ਨਾਲ ਜੁੜੀਏ। 6 ਪੋਹ ਨੂੰ, 6 ਪੋਹ ਦੀ ਰਾਤ ਨੂੰ ਆਪਾਂ ਦੇਖਦੇ ਕਿੰਨੀ ਠੰਡ ਹੈ, ਕਿੰਨੀਆਂ ਗੁਰੂਕੀਆਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਸ਼ਰਧਾ ਭਾਵ ਦੇ ਨਾਲ ਸੇਵਾ ਕਰ ਰਹੀਆਂ। ਕੋਈ ਹੀਟਰ ਲਿਆ ਰਿਹਾ ਹੈ, ਕੋਈ ਬਾਲਣ ਲਿਆ ਰਿਹਾ ਹੈ ਕਿ ਇਹ ਸਰਦੀ ਦੇ ਵਿੱਚ ਅਸੀਂ ਆਪਣੇ ਅਕੀਦੇ ਤੇ ਅੜੇ ਰਹੀਏ, ਟਿਕੇ ਰਹੀਏ। ਤੇ ਦੂਸਰਾ ਪਾਸਾ ਤੱਕੋ ਕਿ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਗੁਰੂ ਕੇ ਸਿੱਖਾਂ ਸਿੰਘਾਂ ਬਹਾਦਰਾਂ ਯੋਧਿਆਂ ਨੂੰ ਇਹ ਸਬਕ ਪੜ੍ਹਾਇਆ, ਸੰਦੇਸ਼ ਦਿੱਤਾ, ਉਪਦੇਸ਼ ਬਖਸ਼ਿਆ ਕਿ ਗੁਰੂ ਕੇ ਖਾਲਸਾ ਜੀ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਿਓ, ਇਹ ਯੁੱਧ ਦੀ ਨੀਤੀ ਹੈ ਕਿ ਯੁੱਧ ਲੜਦੇ ਆ, ਸੰਘਰਸ਼ ਕਰਦੇ ਆ, ਕਦੇ ਵੀ ਜਿਉਂਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ। ਕਦੇ ਵੇਖਣਾ ਨਹੀਂ ਕਿ ਫੌਜ ਕਿੰਨੀ ਆ, ਕਿਹਦੇ ਨਾਲ ਸਾਡਾ ਮੁਕਾਬਲਾ ਹੈ। ਤੁਸੀਂ ਇਹ ਮਨ ਵਿੱਚ ਖਿਆਲ ਰੱਖਣਾ ਹੈ ਕਿ ਅਕਾਲ ਪੁਰਖ ਦੀ ਐਸੀ ਕਿਰਪਾ ਹੈ ਜਿਹਦੀ ਕਿਰਪਾ ਦੇ ਨਾਲ ਖਾਲਸਾ ਸਾਜਿਆ ਗਿਆ ਹੈ। ਕਿਉਂਕਿ ਮਹਾਰਾਜ ਦਾ ਹੁਕਮ ਹੈ, ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਕਿਸੇ ਰਾਜੇ ਦੀ ਫੌਜ ਨਹੀਂ। ਰਾਜੇ ਦੀਆਂ ਫੌਜਾਂ ਹਾਰ ਜਾਂਦੀਆਂ ਨੇ, ਤੁਸੀਂ ਹਾਰਨਾ ਨਹੀਂ। ਕਿਉਂਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮਾਤਮਾ ਦੀ ਮੌਜ ਨਾਲ ਇਹ ਖਾਲਸਾ ਪ੍ਰਗਟ ਹੋਇਆ, ਤੁਸੀਂ ਡਰਨਾ ਨਹੀਂ। ਬਲਕਿ ਯੁੱਧ ਮੈਦਾਨ ਵਿੱਚ ਸਨਮੁਖ ਧਰਮ ਦੀ ਖਾਤਰ, ਜ਼ੁਲਮ ਨੂੰ ਖਤਮ ਕਰਨ ਦੀ ਖਾਤਰ ਲੜ ਕੇ ਸ਼ਹਾਦਤਾਂ ਪਾ ਦੇਣੀਆਂ, ਵੈਰੀ ਨੂੰ ਸੋਧਣਾ ਤੇ ਪੁਰਜਾ ਕਟਾ ਕੇ ਭਾਵੇਂ ਸ਼ਹੀਦ ਹੋ ਜਾਓ, ਗੁਰੂ ਦਰ ਵਿੱਚ ਪ੍ਰਵਾਨ ਹੋਵਾਂਗੇ। ਇਹ ਸਿੱਖਿਆ ਦਿੱਤੀ ਗਈ ਸੀ। ਜਦੋਂ ਬਾਰ-ਬਾਰ ਔਰੰਗਜ਼ੇਬ ਦੇ ਐਲਚੀਆਂ ਨੇ, ਪਹਾੜੀ ਰਾਜਿਆਂ ਨੇ ਇਹ ਬੇਨਤੀਆਂ ਕੀਤੀਆਂ ਕਿ ਤੁਸੀਂ ਆਨੰਦਗੜ੍ਹ ਦਾ ਕਿਲਾ ਛੱਡ ਜਾਓ, ਆਨੰਦਪੁਰੀ ਛੱਡ ਜਾਓ, ਜਿੱਥੇ ਮਰਜ਼ੀ ਰਹੋ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਨਹੀਂ, ਇਸ ਕਿਲੇ ਦੇ ਵਿੱਚ ਰਹਿ ਕੇ ਯੁੱਧ ਲੜਾਂਗੇ। ਸਤਿਗੁਰੂ ਪਾਤਸ਼ਾਹ ਜੀ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਸਨ, ਇਸ ਲਈ ਉਹਨਾਂ ਨੂੰ ਦੁਸ਼ਮਣ ਨੂੰ ਵੀ ਪਤਾ ਸੀ। ਫਿਰ ਆਪਣੇ ਧਰਮ ਦੀ ਆੜ ਲੈ ਕੇ ਕੁਰਾਨ ਦੀਆਂ ਕਸਮਾਂ ਖਾ ਕੇ, ਸੁਗੰਧਾਂ ਖਾ ਕੇ ਪੱਤਰ ਲਿਖਿਆ, ਜਿਹਦੇ ਵਿੱਚ ਪਹਾੜੀ ਰਾਜਿਆਂ ਨੇ ਗਊ ਦੀਆਂ ਆਟੇ ਦੀਆਂ ਗਊਆਂ ਬਣਾ ਕੇ ਥਾਲ ਵਿੱਚ ਸਜਾ ਕੇ
ਨਾਲ ਸਹੁੰ ਖਾ ਕੇ ਸਤਿਗੁਰੂ ਜੀ ਨਾਲ ਪ੍ਰਣ ਕੀਤਾ। ਆ ਜਿਹੜੇ ਗੁਰਮੁਖ ਭਾਈ ਪਿੱਛੇ ਥਾਲੀਆਂ ਵਜਾ ਰਹੇ ਆ, ਉਹ ਇੱਥੇ ਪੰਡਾਲ ਦੇ ਵਿੱਚ ਥੋੜਾ ਵਿਘਨ ਪੈਂਦਾ ਹੈ। ਇਸ ਕਰਕੇ ਕੁਝ ਸਮੇਂ ਲਈ ਜਾਂ ਤਾਂ ਆਪਣੀ ਜਗ੍ਹਾ ਬਦਲ ਲਓ ਤੇ ਜਾਂ ਪੰਡਾਲ ਦੇ ਵਿੱਚ ਜੋ ਕੁਝ ਅਸੀਂ ਕਹਿਣਾ ਚਾਹੁੰਦੇ ਆ। ਅੱਜ ਦਾ ਬਹੁਤ ਮਹਾਨ ਦਿਹਾੜਾ ਹੈ। ਤੁਹਾਡੇ ਉਤਸ਼ਾਹ ਲਈ ਅਸੀਂ ਤੁਹਾਡੇ ਹਮਦਰਦੀ ਆ, ਤੁਹਾਡੀ ਕਦਰ ਕਰਦੇ ਆ, ਪਰ ਕਿਰਪਾ ਕਰਕੇ ਕੁਝ ਸਮੇਂ ਲਈ ਤੁਸੀਂ ਆਹ ਥਾਲੀਆਂ ਖੜਕਾਉਣੀਆਂ ਜਾਂ ਜੋ ਵੀ ਪਿੱਛੇ ਤੁਸੀਂ ਢੋਲਕੀਆਂ ਵਜਾ ਰਹੇ ਹੋ ਇਹ ਬੰਦ ਕਰ ਦਿਓ। ਸਾਰੀ ਸੰਗਤ, ਨੇੜ ਦੀ ਸੰਗਤ ਨੂੰ ਵੀ ਗੁਰਮੁਖਾਂ ਨੂੰ ਬੇਨਤੀ ਹੈ ਕਿ ਬੜੇ ਪਿਆਰ ਦੇ ਨਾਲ ਇਹਨਾਂ ਨੂੰ ਸਮਝਾ ਲਿਆ ਜਾਵੇ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜਦੋਂ ਇਹ ਪੱਤਰਕਾਵਾਂ ਮਿਲੀਆਂ, ਗੁਰੂ ਕੇ ਸਿੰਘਾਂ ਨੇ ਕਿਹਾ ਮਹਾਰਾਜ ਹੁਣ ਤੇ ਆਪਾਂ ਨੂੰ ਕਿਲਾ ਛੱਡ ਜਾਣਾ ਚਾਹੀਦਾ। ਮਾਤਾ ਜੀ ਦਾ ਸਹਾਰਾ ਲਿਆ, ਮਾਤਾ ਗੁਜਰ ਕੌਰ ਜੀ ਦਾ। ਮਾਤਾ ਜੀ ਨੇ ਵੀ ਕਿਹਾ ਪੁੱਤਰ ਆਪਾਂ ਕਿਧਰੇ ਵੀ ਜਾ ਕੇ ਰਹਿ ਸਕਦੇ ਆ। 8 ਮਹੀਨੇ ਤੋਂ ਘੇਰਾ ਪਿਆ ਹੋਇਆ, ਰਾਸ਼ਨ ਪਾਣੀ ਬੰਦ ਹੈ। ਫਿਰ ਸਤਿਗੁਰੂ ਨੇ ਕਿਹਾ ਜਿਵੇਂ ਤੁਹਾਡੀ ਮੌਜ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕਿਲਾ ਛੱਡ ਦਿੱਤਾ। ਜਿਹੜੀ 6 ਤੇ 7 ਪੋਹ ਦੀ ਰਾਤ ਸੀ ਉਸ ਨੂੰ ਕਿਲਾ ਛੱਡਿਆ। ਪਰ ਨਿਮਕ ਹਰਾਮੀ ਇਹਨਾਂ ਲੋਕਾਂ ਨੇ, ਅਕਿਰਤ ਘਣ ਲੋਕਾਂ ਨੇ, ਵਿਸ਼ਵਾਸਘਾਤ ਲੋਕਾਂ ਨੇ ਸਤਿਗੁਰੂ ਦੇ ਇਹ ਦਲ ਦੇ ਪਰਿਵਾਰ ਦੇ ਉੱਪਰ ਫਿਰ ਵੀ ਹਮਲਾ ਕਰ ਦਿੱਤਾ। ਯੁੱਧ ਕਰਦੇ ਗੁਰੂ ਕੇ ਖਾਲਸੇ ਨੇ ਇੱਥੋਂ ਕੂਚ ਕੀਤਾ ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਸਰਸਾ ਤੇ ਪਹੁੰਚਦੇ ਨੇ। ਸਰਸਾ ਤੇ ਪਹੁੰਚਦਿਆਂ ਤੱਕ ਬੜੇ ਯੁੱਧ ਹੋਏ, ਬੜੇ ਮੁਕਾਬਲੇ ਹੋਏ, ਜਿਹਦੇ ਵਿੱਚ ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ, ਇਹਨਾਂ ਦੀ ਅਗਵਾਈ ਵਿੱਚ ਜੱਥਿਆਂ ਨੇ ਬੜੇ ਭਾਰੀ ਮੁਕਾਬਲੇ ਕੀਤੇ ਨੇ। ਸਤਿਗੁਰੂ, ਮੈਂ ਸੰਖੇਪ ਵਿੱਚ ਬੇਨਤੀ ਕਰਾਂਗਾ ਕਿਉਂਕਿ ਸਮੇਂ ਦੇ ਅੰਦਰ ਰਹਿਣਾ ਹੈ। ਸਤਿਗੁਰੂ ਪਾਤਸ਼ਾਹ ਜੀ ਸਰਸਾ ਤੇ ਪਹੁੰਚੇ ਨੇ ਕਿਉਂਕਿ ਬਰਸਾਤ ਪੈ ਰਹੀ ਸੀ। ਬਰਸਾਤ ਕਰਕੇ ਜਿਹੜੀ ਨਦੀ ਸਰਸਾ ਸੀ ਉਹ ਵੀ ਨਕੋ ਨਕ ਭਰੀ ਤੇ ਬੜੀ ਤੇਜ਼ ਵੇਗ ਦੇ ਨਾਲ ਵਗ ਰਹੀ ਸੀ। ਪਰ ਗੁਰੂ ਕੇ ਖਾਲਸੇ ਨੇ ਜੋ ਕਿੱਦਾਂ ਕੀਤਾ ਸੀ, ਬਹੁਤ ਸਾਰੇ ਗੁਰੂ ਕੇ ਸਿੱਖਾਂ ਨੇ, ਕਲਗੀਧਰ ਪਾਤਸ਼ਾਹ ਜੀ ਨੇ ਉਸ ਨਦੀ ਵਿੱਚ ਘੋੜੇ ਠਿਲ ਦਿੱਤੇ, ਉਸ ਨਦੀ ਨੂੰ ਪਾਰ ਕੀਤਾ। ਪਰ ਬਹੁਤ ਸਾਰੇ ਜਿਹੜੇ ਗੁਰੂ ਕੇ ਯੋਧੇ ਸਨ ਉਸ ਨਦੀ ਦੀ ਭੇਟ ਵੀ ਚੜ ਗਏ। ਸੋ ਜਦੋਂ ਨਦੀ ਪਾਰ ਕੀਤੀ ਤੇ ਪਿਛਲੇ ਪਾਸੇ ਯੁੱਧ ਵੀ ਹੋ ਰਿਹਾ ਹੈ, ਨਦੀ ਪਾਰ ਕਰਦੇ ਅੰਮ੍ਰਿਤ ਵੇਲਾ ਹੋ ਗਿਆ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਵੱਡਾ ਇੱਥੇ ਸਬਕ ਦਿੱਤਾ। ਗੁਰੂ ਖਾਲਸਾ ਜੀ ਨਿਤਨੇਮ ਕਰੋ, ਆਸਾ ਜੀ ਦੀ ਵਾਰ ਦੇ ਕੀਰਤਨ ਕਰੋ। ਬਲਕਿ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਨਿਤਨੇਮ ਕੀਤਾ ਅਤੇ ਆਪ ਹੀ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਕੀਤਾ। ਮਹਾਰਾਜ ਨੇ ਕਿਹੋ ਜਿਹਾ ਸਾਨੂੰ ਉਪਦੇਸ਼ ਬਖਸ਼ਿਆ ਕਿ ਬਹਾਨਾ ਨਹੀਂ ਬਣਾਉਣਾ ਕਿ ਸਾਡੇ ਤੇ ਵਕਤ ਮਾੜਾ ਹੈ, ਸਾਡੇ ਤੇ ਇਹੋ ਜਿਹਾ ਸਮਾਂ ਆ ਗਿਆ ਕਿ ਅਸੀਂ ਨਿਤਨੇਮ ਨਹੀਂ ਕਰ ਸਕਦੇ। ਇਦੋਂ ਸਮਾਂ ਹੋ ਸਕਦਾ ਹੈ ਬਸਤਰ ਭਿੱਜੇ ਹੋਏ, ਨਦੀ ਦੇ ਵਿੱਚ ਦੀ ਲੰਘ ਕੇ ਆਏ, ਪਿੱਛੇ ਫੌਜਾਂ ਚੜੀਆਂ ਹੋਈਆਂ ਤੇ ਸਤਿਗੁਰੂ ਪਾਤਸ਼ਾਹ ਜੀ ਖੁੱਲੇ ਅਸਮਾਨ ਵਿੱਚ ਦੀਵਾਨ ਸਜਾ ਕੇ ਨਿਤਨੇਮ ਕਰਦੇ ਨੇ। ਰਹੋ ਵਿਚਾਰ, ਦਿਨ ਛਿਪਦੇ ਨੂੰ ਸਤਿਗੁਰੂ ਪਾਤਸ਼ਾਹ ਜੀ ਚਮਕੌਰ ਪਹੁੰਚਦੇ ਨੇ। ਚਮਕੌਰ ਇੱਕ ਬਾਗ ਦੇ ਵਿੱਚ ਡੇਰਾ ਲਾਇਆ ਤੇ ਚਮਕੌਰ ਦੇ ਲੋਕ ਸਤਿਗੁਰੂ ਤੋਂ ਇੰਨੇ ਬਲਹਾਰ ਸਨ ਕਿ ਇਹ ਗਰੀਬਾਂ ਦਾ, ਲਤਾੜੇ ਹੋਏ ਲੋਕਾਂ ਦਾ ਮਸੀਹਾ ਹੈ, ਇੰਨੀ ਹਮਦਰਦੀ ਰੱਖਦੇ ਸੀ। ਉਹਨਾਂ ਕਿਹਾ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਸਾਡੇ ਲਈ ਬਹੁਤ ਕੁਝ ਕੀਤਾ, ਸਾਨੂੰ ਸਵੈਮਾਨ ਬਖਸ਼ਿਆ, ਜ਼ਿੰਦਗੀ ਜਿਉਣ ਦਾ ਢੰਗ ਦੱਸਿਆ, ਲਤਾੜੀਆਂ ਹੋਈਆਂ ਕੌਮਾਂ ਨੂੰ ਆਪ ਜੀ ਨੇ ਛਾਤੀ ਨਾਲ ਲਾਇਆ, ਖੰਡੇ ਦਾ ਅੰਮ੍ਰਿਤ ਸਜਾ ਕੇ ਸਭ ਨੂੰ ਤੁਸੀਂ ਖਾਲਸਾ ਰੂਪ ਦਿੱਤਾ ਹੈ, ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ। ਤੇ ਫਿਰ ਇੱਥੇ ਹੀ ਪਿੰਡ ਦੇ ਵਸਨੀਕ ਇੱਕ ਜ਼ਿਮੀਂਦਾਰ ਨੇ ਜਿਸ ਨੇ ਪਸ਼ੂਆਂ ਵਾਸਤੇ, ਮਾਲ ਡੰਗਰ ਵਾਸਤੇ, ਤੂੜੀ ਪੱਠਾ ਰੱਖਣ ਵਾਸਤੇ ਬੜੀ ਵੱਡੀ ਖੁੱਲੀ ਹਵੇਲੀ ਬਣਾਈ ਹੋਈ ਸੀ। ਕੁਝ ਰਹਿਣ ਦੇ ਕਮਰੇ ਵੀ ਬਣਾਏ ਹੋਏ ਸਨ। ਇਸ ਬੁੱਧੀ ਰਾਮ ਨੇ, ਇਹਦਾ ਨਾਮ ਸੀ ਬੁੱਧੀ ਰਾਮ, ਇਹਨੇ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀ ਦੀ ਜਿਵੇਂ ਰਜਾ ਹੋਵੇ, ਜੇ ਕਿਰਪਾ ਕਰੋ ਤੇ ਐਸ ਗੜੀ ਨੂੰ ਵਰਤ ਲਓ। ਇੱਥੇ ਭੁਲੇਖਾ ਨਹੀਂ ਖਾਣਾ ਕਿ ਗੜੀ ਕੋਈ ਕਿਲਾ ਸੀ। ਗੜੀ ਇੱਕ ਹਵੇਲੀ ਸੀ ਜਿਹਦੀਆਂ ਕੰਧਾਂ ਕਾਫੀ ਮੋਟੀਆਂ ਤੇ ਉੱਚੀਆਂ ਸਨ, ਬੜੀ ਖੁੱਲੀ ਸੀ ਤੇ ਜਿਹੜਾ ਦਰਵਾਜ਼ਾ ਸੀ ਉਹ ਜਿਵੇਂ ਆਪਾਂ ਕਿਸੇ ਪਾਰਕ ਦੇ ਵਿੱਚ ਸੈਰ ਕਰਨ ਜਾਂਦੇ ਆ ਨਾ, ਉਹਦੇ ਦਰਵਾਜ਼ੇ ਹੁੰਦੇ ਆ ਕਿ ਉਹਦੇ ਵਿੱਚ ਕੋਈ ਕੁੱਤਾ ਨਾ ਵੜ ਸਕੇ, ਕੋਈ ਪਸ਼ੂ ਨਾ ਵੜ ਸਕੇ। ਸੇ ਉਸ ਵਾਸਤੇ ਉਹ ਟੇਢੀ ਕੰਧ ਸੀ, ਉਹਦੀ ਬੜਾ ਉੱਚਾ ਦਰਵਾਜ਼ਾ ਸੀ।
ਸਤਿਗੁਰੂ ਪਾਤਸ਼ਾਹ ਜੀ ਨੇ ਉਹ ਗੜੀ ਮੱਲੀ, ਆਪਣੇ ਸੂਰਬੀਰ ਬਹਾਦਰਾਂ ਨੂੰ ਡਿਊਟੀਆਂ ਦਿੱਤੀਆਂ ਕਿ ਇਸ ਤਰ੍ਹਾਂ ਦੀਆਂ ਤੁਸੀਂ ਸੇਵਾ ਨਿਭਾਉਣੀ ਹੈ। ਯੁੱਧ ਦਾ ਸਾਰਾ ਇੰਤਜ਼ਾਮ ਕੀਤਾ। ਸਤਿਗੁਰੂ ਪਾਤਸ਼ਾਹ ਜੀ ਨੇ ਜੱਥੇ ਬਣਾਏ, ਅਗਵਾਈ ਬਖਸ਼ੀ, ਤੇ ਫਿਰ ਰਾਤ ਦੇ ਵਿਸਰਾਮ ਤੋਂ ਬਾਅਦ ਦਿਨ ਚੜ੍ਹਦੇ ਨੂੰ ਵਜੀਦ ਖਾਂ ਦੀਆਂ ਫੌਜਾਂ ਨੇ ਢੰਡੋਰਾ ਪਿੱਟਿਆ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਆਪ ਨੂੰ ਪੇਸ਼ ਕਰ ਦੇਵੇ ਤਾਂ ਇਹਦੇ ਤੇ ਕੋਈ ਵਾਰ ਨਹੀਂ ਹੋਵੇਗਾ, ਕੋਈ ਤਸ਼ੱਦਦ ਨਹੀਂ ਹੋਵੇਗਾ, ਇਹਦੀ ਜਾਨ ਬਖਸ਼ ਦਿੱਤੀ ਜਾਵੇਗੀ। ਸਤਿਗੁਰੂ ਦੀਆਂ ਫੌਜਾਂ ਨੇ, ਸਤਿਗੁਰੂ ਜੀ ਨੇ ਇਹ ਢੰਡੋਰਾ ਸੁਣਿਆ ਤੇ ਜਵਾਬ ਪਤਾ ਕਿਵੇਂ ਦਿੱਤਾ? ਸਤਿਗੁਰੂ ਪਾਤਸ਼ਾਹ ਜੀ ਨੇ ਤੀਰਾਂ ਦਾ ਮੀਂਹ ਵਰਾ ਕੇ ਜਵਾਬ ਦਿੱਤਾ ਕਿ ਅਸੀਂ ਤੇ ਇਸ ਕੰਮ ਲਈ ਤਿਆਰ ਹਾਂ, ਪੇਸ਼ ਹੋਣ ਵਾਸਤੇ ਨਹੀਂ। ਸਾਧ ਸੰਗਤ ਜੀ, ਫਿਰ ਘਮਸਾਨ ਦਾ ਯੁੱਧ ਹੋਇਆ। ਇੱਕ ਇੱਕ ਸਿੰਘ ਬਾਹਰ ਨਿਕਲਦਾ ਰਿਹਾ ਤੇ ਫਿਰ ਪੰਜ ਸਿੰਘ ਬਾਹਰ ਨਿਕਲਦੇ ਰਹੇ। ਇਹ ਯੁੱਧ ਲੜਦਿਆਂ ਜਦੋਂ ਦੁਪਹਿਰ ਹੋ ਗਿਆ, ਦੁਪਹਿਰ ਹੋਣ ਤੱਕ ਬੜੇ ਜਿਹੜੇ ਮੁਗਲ ਫੌਜ ਦੇ ਸੈਨਾਪਤੀ, ਉਹ ਵੀ ਬੜੇ ਯੁੱਧ ਦੇ ਖਿਡਾਰੀ ਸਨ, ਬੜੇ ਸੂਰਬੀਰ ਯੋਧੇ ਸਨ। ਉਹਨਾਂ ਨੇ ਵੇਖਿਆ ਕਿ ਗੜੀ ਨੂੰ ਪੌੜੀਆਂ ਲਾ ਕੇ ਅੰਦਰ ਵੜ ਜਾਣਾ ਚਾਹੀਦਾ। ਇਤਿਹਾਸ ਲਿਖਦਾ ਹੈ ਕਿ ਨਾਰ ਖਾਂ, ਜਿਹੜਾ ਮਲੇਰਕੋਟਲੇ ਦਾ ਨਵਾਬ ਸੀ, ਨਾਰ ਖਾਂ, ਇਹਨੇ ਪਿਛਲੇ ਪਾਸਿਓਂ ਛੁਪ ਕੇ ਪੌੜੀ ਲਾਈ। ਪੌੜੀ ਲਾ ਕੇ ਗੜੀ ਦੇ ਵਿੱਚ ਚੜ੍ਹਨ ਦਾ ਯਤਨ ਕੀਤਾ। ਜਿਵੇਂ ਮਾੜਾ ਜਿਹਾ ਸਿਰ ਕੰਧ ਤੋਂ ਪੌੜੀ ਤੋਂ ਉੱਚਾ ਉੱਠਿਆ, ਸਤਿਗੁਰੂ ਪਾਤਸ਼ਾਹ ਜੀ ਨੇ ਐਸਾ ਇੱਕ ਤੀਰ ਬਖਸ਼ਿਆ, ਇਹ ਭਵਾਟਰੀਆਂ ਖਾਂਦਾ ਥੱਲੇ ਡਿੱਗਿਆ, ਇਹਦੀ ਮੌਤ ਹੋ ਗਈ। ਸਾਧ ਸੰਗਤ ਜੀ, ਫਿਰ ਖਵਾਜਾ ਮਰਦੂਦ ਜਿਹਨੂੰ ਖਵਾਜਾ ਮਰਦ ਨਾਂ ਸੀ, ਜਿਹਦਾ ਸਤਿਗੁਰੂ ਨੇ ਜਫਰਨਾਮੇ ਵਿੱਚ ਉਹਦਾ ਨਾਮ ਲਿਖਿਆ, ਮਰਦੂਦ ਤੂੰ ਮਰਦਾਂ ਵਾਲਾ ਕੰਮ ਨਹੀਂ ਕੀਤਾ। ਉਹ ਡਰਦਾ ਕੰਧ ਦੇ ਓਹਲੇ ਹੋ ਗਿਆ। ਕੋਈ ਸੂਰਮਾ ਹੋਰ ਕੋਈ ਹਿੰਮਤ ਨਾ ਕਰ ਸਕਿਆ ਗੜੀ ਵੱਲ ਝਾਕਣ ਦੀ। ਜਦੋਂ ਭਾਈ ਖਜਾਨ ਸਿੰਘ, ਭਾਈ ਇਸੇ ਤਰ੍ਹਾਂ ਭਾਈ ਧਿਆਨ ਸਿੰਘ ਤੇ ਦਾਨ ਸਿੰਘ, ਇਹ ਤਿੰਨ ਸਿੰਘ ਯੁੱਧ ਲੜ ਰਹੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਕੋਲੇ ਸੀ ਮਹਾਰਾਜ ਦੇ। ਸਤਿਗੁਰੂ ਆਪ ਜੀ ਮੌਂਟੀ ਵਿੱਚ ਸਜੇ ਹੋਏ ਸਨ ਤੇ ਨਾਲ ਨਾਲ ਜਿੱਧਰ ਦੁਸ਼ਮਣ ਦਾ ਜ਼ੋਰ ਪੈਂਦਾ ਤੀਰਾਂ ਦਾ ਮੀਂਹ ਵਰਾ ਰਹੇ ਸਨ ਤੇ ਸਤਿਗੁਰੂ ਜੀ ਅਸਕੇ ਜਾ ਰਹੇ ਸਨ ਕਿ ਆ ਗੁਰੂ ਕੇ ਬਹਾਦਰ ਦੇਖੋ ਕਿੰਨੀ ਧਰਮ ਦੀ ਖਾਤਰ ਜ਼ੁਲਮ ਨੂੰ ਨਾਸ ਕਰ ਲਈ ਕਿਵੇਂ ਆਪਾ ਹੀਲ ਕੇ ਮੈਦਾਨੇ ਯੁੱਧ ਵਿੱਚ ਯੁੱਧ ਲੜ ਰਹੇ ਨੇ। ਤੇ ਨਾਲ ਸ਼ਬਦ ਪੜ ਰਹੇ ਸਨ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਸ਼ਬਦ ਪੜ ਰਹੇ ਸਨ। ਸਾਹਿਬਜ਼ਾਦੇ ਨੇ ਇਹ ਸ਼ਬਦ ਸੁਣੇ ਕਲਗੀਧਰ ਮਹਾਰਾਜ ਦੇ। ਜਦੋਂ ਭਾਈ ਖਜਾਨ ਸਿੰਘ ਬੜਾ ਯੋਧਾ ਬਹਾਦਰ ਸੀ, ਸ਼ਹੀਦ ਹੋ ਗਿਆ, ਪਰ ਬਹੁਤ ਸਾਰੀ ਫੌਜ ਦੇ ਆਹੂ ਲਾ ਦਿੱਤੇ, ਲੋਥਾਂ ਤੇ ਲੋਥਾਂ ਚੜਾ ਦਿੱਤੀਆਂ। ਫਿਰ ਸਾਹਿਬਜ਼ਾਦਾ ਅਜੀਤ ਸਿੰਘ ਕਲਗੀਧਰ ਪਾਤਸ਼ਾਹ ਦੇ ਸਨਮੁਖ ਹੋਇਆ, ਪਿਤਾ ਜੀ ਹੁਣ ਮੈਨੂੰ ਆਗਿਆ ਬਖਸ਼ੋ, ਮੇਰਾ ਯੁੱਧ ਵੀ ਜਿਵੇਂ ਖਜਾਨ ਸਿੰਘ ਦਾ ਯੁੱਧ ਦੇਖਿਆ ਮੇਰਾ ਯੁੱਧ ਵੀ ਦੇਖਿਓ। ਮੈਂ ਵੀ ਆਪ ਜੀ ਦੇ ਯੁੱਧ ਸਿਖਾਈ ਹੋਈ ਯੁੱਧ ਨੀਤੀ ਮੁਤਾਬਕ ਯੁੱਧ ਦੇ ਜ਼ੋਰ ਦਿਖਾਉਣੇ ਚਾਹੁੰਦਾ ਹਾਂ। ਪਤਾ ਹੈ ਕਿ 10 ਲੱਖ ਵੈਰੀਆਂ ਦੇ ਵਿੱਚ ਪੁੱਤਰ ਨੂੰ ਭੇਜਣਾ ਵਾਪਸ ਨਹੀਂ ਆ ਸਕਦਾ, ਪਤਾ ਇਸ ਗੱਲ ਦਾ ਗਿਆਨ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਵੀ ਗਿਆਨ ਹੈ, ਪਰ ਕਿਹਾ ਸ਼ਾਬਾਸ਼ ਪੁੱਤਰ, ਜੇ ਮੈਂ ਆਵਾਜ਼ ਮਾਰ ਕੇ ਤੈਨੂੰ ਕਹਿੰਦਾ ਕਿ ਅਜੀਤ ਸਿੰਘ ਤੂੰ ਜਾਣਾ ਹੁਣ, ਤੇ ਉਹ ਗੱਲ ਨਹੀਂ ਸੀ ਬਣਨੀ। ਪਰ ਹੁਣ ਤੂੰ ਆਪਣੀ ਮਰਜ਼ੀ ਦੇ ਨਾਲ ਸਮਾਂ ਮੰਗਿਆ ਤੇ ਤੈਨੂੰ ਸ਼ਾਬਾਸ਼ ਦਿੰਦੇ ਆ ਤੇ ਤੈਨੂੰ ਹੁਣ ਮੈਦਾਨੇ ਯੁੱਧ ਵਿੱਚ ਜੂਝਣਾ ਚਾਹੀਦਾ। ਇੱਥੇ ਭਾਈ ਮੋਹਕਮ ਸਿੰਘ ਜਿਹੜਾ ਪੰਜਾਂ ਪਿਆਰਿਆਂ ਵਿੱਚੋਂ ਸੀ, ਭਾਈ ਧਰਮ ਸਿੰਘ ਨੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇਉਂ ਨਾ ਕਰੋ, ਸਾਹਿਬਜ਼ਾਦੇ ਨੂੰ ਯੁੱਧ ਵਿੱਚ ਨਾ ਭੇਜੋ। ਸਤਿਗੁਰੂ ਪਾਤਸ਼ਾਹ ਜੀ ਨੇ ਵੀਰਾਸ ਵਿੱਚ ਕਿਹਾ, ਭਾਈ ਧਰਮ ਸਿੰਘ ਜੀ ਤੁਹਾਡਾ ਤੇ ਸਾਹਿਬ ਅਜੀਤ ਸਿੰਘ ਦਾ ਫਰਕ ਹੈ ਕੋਈ? ਜਿਹੋ ਜਿਹਾ ਮੇਰਾ ਇਹ ਪੁੱਤਰ ਹੈ ਤੁਸੀਂ ਵੀ ਮੇਰੇ ਪੁੱਤਰ ਹੋ, ਇਹ ਫਰਕ ਨਾ ਪਾਓ। ਫਿਰ ਲਾਜਵਾਬ ਕਰ ਦਿੱਤੇ। ਤੇ ਫਿਰ ਭਾਈ ਮੋਹਕਮ ਸਿੰਘ ਨੇ ਤਿਆਰੀ ਕੀਤੀ ਕਿ ਮੈਂ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਜਾਵਾਂਗਾ। ਦੂਸਰੇ ਪਾਸੇ ਸੂਬਾ ਸਰਹੰਦ ਵਜੀਦ ਖਾਨ ਨੇ 7 ਜਰਨੈਲ ਤਿਆਰ ਕੀਤੇ। ਇਹ ਬੇਨਤੀ ਧਿਆਨ ਨਾਲ ਸੁਣਨ ਵਾਲੀ ਹੈ। 7 ਜਰਨੈਲ ਤਿਆਰ ਕੀਤੇ ਕਿ ਅਸੀਂ ਉਹਨਾਂ ਦੇ ਨਾਲ 5-5 ਹਜ਼ਾਰ ਦੀ ਫੌਜ ਸੀ ਕਿ ਤੁਸੀਂ ਗੜੀ ਨੂੰ ਘੇਰਾ ਪਾ ਕੇ ਸਨਮੁਖ ਹੋ ਕੇ ਜੂਝ ਕੇ ਇਹਨੀ ਸਾਰੀ ਫੌਜ ਨੂੰ ਖਤਮ ਕਰ ਦਿਓ। ਉਹ 7 ਜਰਨੈਲ ਕਿਹੜੇ ਸਨ? ਇੱਕ ਸੀ ਹਦਾਇਤ ਖਾਨ, ਨਾਂ ਸੁਣਿਓ ਤੁਸੀਂ, ਆਪਾਂ ਵੀ ਨਾਮ ਰੱਖ ਲੈਂਦੇ, ਛੋਟੇ ਛੋਟੇ ਨਾਮ ਰੱਖ ਲੈਂਦੇ ਆ, ਸ਼ੰਟੀ ਆ, ਬੰਟੀ ਆ, ਨਾਂ ਵੇਖਿਓ ਨਾਂ ਕਿਹੋ ਜਿਹੇ ਸੀ। ਤੇ ਕਲਗੀਧਰ ਪਾਤਸ਼ਾਹ ਜਿਹੜੇ ਆਪਣੇ ਪੁੱਤਰ ਭੇਜੇ ਉਹਨਾਂ ਦੇ ਨਾਮ ਹੀ ਸੁਣ ਲਿਓ। ਇਹ ਸੀ ਹਜਾਤ ਖਾਨ, ਇਹ ਸੀ ਇਸਮਾਈਲ ਖਾਨ, ਅਸਮਾਨ ਖਾਨ, ਜਹਾਨ ਖਾਨ,
ਇਸੇ ਤਰ੍ਹਾਂ ਭੂਰੇ ਖਾਨ, ਖਲੀਲ ਖਾਨ, ਇਹ 7 ਬੰਦੇ ਜਰਨੈਲ ਚੁਣ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਫੌਜਾਂ, ਵਾਹਿਗੁਰੂ ਵਜੀਦ ਖਾਨ ਨੇ ਫੌਜਾਂ ਸਮੇਤ ਭੇਜੇ। ਤੇ ਜਿਹੜੇ ਸਤਿਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਤਿਆਰ ਕੀਤੇ, ਉਹ ਵੀ 7 ਚੁਣੇ ਮਹਾਰਾਜ ਨੇ 7। ਉਹ ਕਿਹੜੇ ਸੀ? ਭਾਈ ਮੋਹਕਮ ਸਿੰਘ, ਜਿਹੜਾ 5 ਪਿਆਰਿਆਂ ਦੇ ਵਿੱਚ ਪਹਿਲਾਂ ਸੀਸ ਦਾਨ ਕਰ ਚੁੱਕਾ ਸੀ, ਭਾਈ ਮੋਹਕਮ ਸਿੰਘ, ਭਾਈ ਈਸਰ ਸਿੰਘ, ਭਾਈ ਲਾਲ ਸਿੰਘ, ਭਾਈ ਨੰਦ ਸਿੰਘ, ਭਾਈ ਕੇਸਰ ਸਿੰਘ, ਭਾਈ ਦੇਵਾ ਸਿੰਘ, ਭਾਈ ਕੀਰਤੀ ਸਿੰਘ, ਇਹ 7 ਸਿੰਘ ਸੀ। 8ਵਾਂ ਸੀ ਸਾਹਿਬਜ਼ਾਦਾ ਅਜੀਤ ਸਿੰਘ। ਸਾਧ ਸੰਗਤ ਹੁਣ 8 ਬੰਦਿਆਂ ਦੀ ਤੁਸੀਂ ਜਦੋਂ ਗਿਣਤੀ ਕਰੋਗੇ 10 ਲੱਖ ਨਾਲ, ਤੇ ਇੱਕ ਦੇ ਹਿੱਸੇ 1.25 ਲੱਖ ਆਏਗਾ, 1.25 ਲੱਖ। ਮਹਾਰਾਜ ਨੇ ਜਿਹੜੇ ਬਚਨ ਕਹੇ ਸੀ, ਸਤਿਗੁਰੂ ਨੇ ਜੋ ਬਚਨ ਕਹੇ ਸੀ ਕਿ 1.25 ਨਾਲ ਇੱਕ ਲੜਾਵਾਂਗਾ, ਜਦੋਂ ਇਹ ਬਚਨ ਕਹੇ ਸੀ ਨਾ, ਤੇ ਬਹੁਤ ਸਾਰੇ ਸੋਚਦੇ ਸੀ ਚੜ੍ਹਦੀ ਜਵਾਨੀ ਆ ਗੁਰੂ ਦੀ, ਇਹ ਜਜ਼ਬਾਤੀ ਗੱਲਾਂ ਨੇ, 1.25 ਨਾਲ 1 ਨੂੰ ਕਿਵੇਂ ਲੜਾ ਦੇਣਗੇ। ਤਾਂ ਹੀ ਅੱਜ ਨਿਹੰਗ ਸਿੰਘ ਫੌਜਾਂ ਕੱਲੇ ਨੂੰ ਕਹਿੰਦੇ ਮੈਂ 1.25 ਲੱਖ ਬੰਦਾ ਆ ਰਿਹਾ ਭਾਈ, ਅੱਜ ਤੁਹਾਡੇ ਘਰੇ ਰਾਤ ਕੱਟੂੰਗਾ। ਇਹ ਬੋਲੇ ਨੇ, ਇਹ ਉਦੋਂ ਬਣੇ, ਪਰ ਸਤਿਗੁਰੂ ਪਾਤਸ਼ਾਹ ਜੀ ਨੇ 1.25 ਲੱਖ ਨਾਲ 1 ਲੜਾਇਆ। ਇਹਨਾਂ 8 ਸਿੰਘਾਂ ਨੇ 1.25 ਪੈਰ ਯੁੱਧ ਲੜਿਆ, 1.25 ਪੈਰ ਯੁੱਧ। ਐਸੀ ਤੇਗ ਵਾਹੀ ਸਾਹਿਬਜ਼ਾਦਾ ਅਜੀਤ ਸਿੰਘ ਨੇ, ਲੋਥਾਂ ਤੇ ਲੋਥਾਂ ਚੜਾ ਦਿੱਤੀਆਂ। ਉਹਨਾਂ 7 ਵਿੱਚੋਂ 4 ਜਰਨੈਲ ਉੱਥੇ ਮਾਰ ਮੁਕਾਏ ਮੈਦਾਨੇ ਯੁੱਧ ਵਿੱਚ। ਤੇ ਉਦੋਂ ਨਾਰ ਖਾਂ ਤੇ ਵਜੀਦ ਖਾਂ ਮੂੰਹ 'ਚ ਉਂਗਲਾਂ ਪਾ ਕੇ ਸੋਚਣ ਲੱਗ ਪਏ, ਕਲਗੀਧਰ ਪਾਤਸ਼ਾਹ ਦੇ ਪੁੱਤਰ ਦਾ ਮੁਕਾਬਲਾ ਨਹੀਂ ਹੋ ਰਿਹਾ, ਜੇ ਕਿਤੇ ਐਸਾ ਨਾ ਹੋਵੇ ਕਲਗੀਧਰ ਆਪ ਮੈਦਾਨੇ ਜੰਗ ਵਿੱਚ ਨਿਕਲ ਆਉਣ ਤੇ ਉਹਦਾ ਮੁਕਾਬਲਾ ਕੌਣ ਕਰੇਗਾ। ਸੋਚੀ ਪੈ ਗਏ ਸਾਧ ਸੰਗਤ ਜੀ। ਉਧਰੋਂ ਸਾਹਿਬਜ਼ਾਦਾ ਜਦੋਂ ਪੁਰਜਾ ਕਟਾ ਕੇ, ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਦਾ ਘੋੜਾ ਸ਼ਹੀਦ ਹੋ ਗਿਆ, ਘੋੜਾ ਮਾਰਿਆ ਗਿਆ, ਉਹਨਾਂ ਦੀ ਤੇਗ ਟੁੱਟ ਗਈ, ਤੀਰ ਮੁੱਕ ਗਏ। ਫਿਰ ਖੰਜਰ ਨਾਲ ਯੁੱਧ ਲੜਦਿਆਂ ਹੋਇਆਂ 4 ਸਪੇਰੋਂ ਦੁਸ਼ਮਣਾਂ ਨੇ ਤੀਰਾਂ ਦਾ ਮੀਂਹ ਵਰਾ ਕੇ ਤੇਗਾਂ ਦੇ ਹਮਲੇ ਕਰਕੇ ਛਣੀ ਕਰ ਦਿੱਤਾ ਸਰੀਰ। ਸਾਹਿਬਜ਼ਾਦਾ ਅਜੀਤ ਸਿੰਘ ਕਲਗੀਧਰ ਪਾਤਸ਼ਾਹ ਦੀਆਂ ਨਜ਼ਰਾਂ ਦੇ ਸਾਹਮਣੇ ਸ਼ਹੀਦ ਹੋ ਗਿਆ। ਤੇ ਕਲਗੀਧਰ ਮਹਾਰਾਜ ਨੇ ਸਤਿਗੁਰੂ ਦਾ ਸ਼ੁਕਰਾਨਾ ਕਰਦਿਆਂ ਹਾਂ ਇਹ ਬਚਨ ਕਹੇ। ਆਪਾਂ ਬੇਨਤੀ ਸੁਣ ਲਈਏ ਬਸ। ਜਕਾਰਿਆਂ ਦਾ ਤੁਹਾਡਾ ਬਹੁਤ ਧੰਨਵਾਦ ਹੈ, ਬੇਨਤੀਆਂ ਵੀ ਬਹੁਤ ਜ਼ਰੂਰੀ ਆ। ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਜੀ ਨੇ ਸ਼ੁਕਰਾਨਾ ਕੀਤਾ ਅਕਾਲ ਪੁਰਖ ਦਾ। ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਬਚਨ ਕਿਹਾ ਸੀ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਮੇਰੇ ਸੂਰਬੀਰ ਬਹਾਦਰ ਗੁਰੂ ਕੇ ਸਿੱਖਾਂ ਸਿੰਘਾਂ ਨੇ ਕਮਸਾਨ ਦੇ ਯੁੱਧ ਵਿੱਚ ਸ਼ਹਾਦਤਾਂ ਪਾਈਆਂ ਨੇ, ਪਰ ਆਪ ਜੀ ਦਾ ਬਹੁਤਾ ਹੀ ਸ਼ੁਕਰ ਹੈ, ਮੇਰੇ 4 ਪੁੱਤਰਾਂ ਵਿੱਚੋਂ 1 ਪੁੱਤਰ ਨੇ ਸ਼ਹਾਦਤ ਦੇ ਕੇ ਪਹਿਲੀ ਕਿਸ਼ਤ ਤਾਰ ਦਿੱਤੀ, ਮੈਨੂੰ ਸੁਰਖਰੂ ਕਰ ਦਿੱਤਾ। ਤੇ ਰਹਿਮਤ ਕਰਿਓ, ਕਿਰਪਾ ਕਰਿਓ, ਬਾਕੀ ਦੀਆਂ ਕਿਸ਼ਤਾਂ ਵੀ ਆਪ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਇਸ ਪੰਥ ਦੇ ਲੇਖੇ ਲਵਾ ਦਿਓ। ਇਹ ਬਚਨ ਕਹਿ ਰਹੇ ਸਨ। ਤੇ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਸਤਿਗੁਰੂ ਦੇ ਚਰਨਾਂ ਵਿੱਚ ਆਇਆ, ਸਤਿਗੁਰੂ ਜੀ ਵੱਡਾ ਵੀਰ ਸ਼ਹਾਦਤ ਪਾ ਗਿਆ, ਮੈਂ ਵੀ ਮੈਦਾਨੇ ਯੁੱਧ ਵਿੱਚ ਜਾਣਾ ਚਾਹਣਾ। ਕੋਈ ਦੁਨੀਆ ਤੇ ਐਸਾ ਰਹਿਬਰ ਹੈ? ਅੱਜ ਗੁਰੂ ਬਣ ਕੇ ਤੇ ਬੈਠਦੇ ਨੇ, ਪਰ ਨਜ਼ਰ ਮਾਰ ਕੇ ਵੇਖੋ, 1 ਪੁੱਤਰ ਸ਼ਹੀਦ ਹੋ ਗਿਆ, ਦੂਸਰਾ ਸਾਹਮਣੇ ਖੜਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਮੁਸਕਰਾ ਕੇ ਕਹਿੰਦੇ ਨੇ, ਤੇਰਾ ਕੱਦ ਭਾਵੇਂ ਛੋਟਾ ਹੈ, ਉਮਰ ਭਾਵੇਂ ਛੋਟੀ ਹੈ, ਪਰ ਮੈਨੂੰ ਪਤਾ ਹੈ ਤੂੰ ਭਾਈ ਮਾਨ ਸਿੰਘ ਹੁਣਾਂ ਦਾ ਸਿਖਾਇਆ ਹੋਇਆ ਗੱਤਕੇਬਾਜ਼ੀ, ਨੇਜੇਬਾਜ਼ੀ ਦਾ ਮਾਹਰ ਹੈ। ਤੂੰ ਵੀ ਯੁੱਧ ਵਿੱਚ ਚੰਗੇ ਜ਼ੋਰ ਦਿਖਾਏਗਾ ਤੇ ਤੈਨੂੰ ਵੀ ਮੈਦਾਨੇ ਯੁੱਧ ਵਿੱਚ ਜੂਝਣਾ ਚਾਹੀਦਾ। ਸ਼ਾਬਾਸ਼ ਪੁੱਤਰ। ਇਹਨੂੰ 5 ਸਿੰਘ ਦਿੱਤੇ ਨਾਲ ਮਹਾਰਾਜ ਨੇ। ਤੇ ਪਿਛਲੇ ਪੈਰ ਜਦੋਂ ਇਹ ਗੜੀ ਵਿੱਚੋਂ ਨਿਕਲੇ, ਦੁਸ਼ਮਣ ਜਾਣਦੇ ਸਨ, ਕਿਉਂਕਿ ਇਸ ਇਲਾਕੇ ਦੇ ਸਨ ਬਹੁਤ ਸਾਰੇ ਵਜੀਦ ਖਾਨ ਦੇ ਅਹਿਲਕਾਰ, ਕਿ ਇਹ ਗੁਰੂ ਸਾਹਿਬ ਦਾ ਦੂਸਰਾ ਸਾਹਿਬਜ਼ਾਦਾ ਹੈ। ਐਸਾ ਕਮਸਾਨ ਦਾ ਯੁੱਧ ਲੜਿਆ, ਕਮਾਲਾਂ ਕਰ ਦਿੱਤੀਆਂ। ਕਵੀ ਸੰਤੋਖ ਸਿੰਘ ਨੇ ਬੜੇ ਜ਼ਿਕਰ ਕੀਤੇ ਨੇ ਇਸ ਯੁੱਧ ਦੇ, ਗਿਆਨੀ ਗਿਆਨ ਸਿੰਘ ਜੀ ਨੇ ਬੜੇ ਜ਼ਿਕਰ ਕੀਤੇ ਨੇ, ਭਾਈ ਵੀਰ ਸਿੰਘ ਜੀ ਨੇ ਬੜੇ ਜ਼ਿਕਰ ਕੀਤੇ ਨੇ। ਸਾਧ ਸੰਗਤ, ਐਸਾ ਯੁੱਧ ਹੋਇਆ ਕਿ ਜੋ ਜ਼ਾਲਮ ਫੌਜ ਸੀ, ਦੁਸ਼ਮਣ ਫੌਜ ਸੀ, ਇਹ ਦਿਨ ਨੂੰ ਕਿਆਮਤ ਦਾ ਦਿਨ ਸਮਝ ਲੱਗ ਪਏ। ਜਿਹੜੇ ਸੋਚਦੇ ਸੀ ਕਿ ਇੱਕ ਮਿੱਟੀ ਦੀ ਮੁੱਠ ਭਰ ਕੇ
ਅਸੀਂ ਇਹ ਚਮਕੌਰ ਦੀ ਗੜੀ 'ਚ ਸੁੱਟ ਦਈਏ ਤਾਂ ਗੜੀ ਪੂਰ ਦਿਆਂਗੇ। ਪਰ ਐਸੇ ਦੰਦ ਖੱਟੇ ਕੀਤੇ, ਕਿਸੇ ਦੀ ਗਾਂਹ ਵਧਣ ਦੀ ਹਿੰਮਤ ਨਾ ਪਈ। ਸ਼ਾਮ ਤੱਕ, ਦਿਨ ਛਿਪਦੇ ਤੱਕ ਸਾਹਿਬਜ਼ਾਦੇ ਨੇ ਯੁੱਧ ਲੜਿਆ 5 ਸਾਥੀਆਂ ਸਿੰਘਾਂ ਦੇ ਨਾਲ, ਤੇ ਸ਼ਾਮ ਦਿਨ ਛਿਪਦੇ ਨੂੰ ਇਹ ਵੀ ਪੁਰਜਾ ਕਟਾ ਕੇ ਸ਼ਹਾਦਤ ਦਾ ਜਾਮ ਪੀ ਗਿਆ। ਤੇ ਫਿਰ ਕਲਗੀਧਰ ਪਾਤਸ਼ਾਹ ਨੇ ਜਿੱਥੇ ਜਕਾਰੇ ਬੁਲਾਏ ਤੇ ਫਿਰ ਅਕਾਲ ਪੁਰਖ ਨੂੰ ਸਨਮੁਖ ਹੋ ਕੇ ਬੇਨਤੀ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਤੁਹਾਡਾ ਫਿਰ ਸ਼ੁਕਰ ਹੈ ਕਿ ਦੂਸਰੀ ਕਿਸ਼ਤ ਵੀ ਸੁਰਖਰੂ ਹੋ ਕੇ ਆਪ ਜੀ ਨੇ ਮੇਰੇ ਤੋਂ ਲਵਾ ਲਈ ਹੈ। ਇਸ ਇਹ ਮੇਰੇ ਪੰਥ ਦੀਆਂ ਜੜਾਂ ਪੱਕੀਆਂ ਹੋ ਜਾਣ, ਐਸੀ ਰਹਿਮਤ ਕਰ ਦਿਓ ਕਿ ਰਹਿੰਦੀ ਦੁਨੀਆ ਤੱਕ ਮੇਰਾ ਖਾਲਸਾ ਪੁੱਤਰ ਜ਼ੁਲਮ ਦੇ ਨਾਲ ਜੂਝਦਾ ਰਵੇ। ਸਾਧ ਸੰਗਤ ਜੀ, ਦਿਨ ਛਿਪ ਗਿਆ, ਉਦੋਂ ਰਾਤਾਂ ਨੂੰ ਯੁੱਧ ਨਹੀਂ ਸੀ ਹੋਇਆ ਕਰਦਾ। ਜਿੰਨੀਆਂ ਮਰਜ਼ੀ ਫੌਜਾਂ ਹੋਣ, ਇਹ ਯੁੱਧ ਦੇ ਨਿਯਮ ਹੁੰਦੇ ਸਨ। ਰਾਤ ਪੈ ਗਈ। ਹੁਣ ਜਦੋਂ ਰਾਤ ਪੈ ਗਈ ਤੇ ਜਿਹੜੇ ਬਚੇ ਨੇ ਸਿੰਘ, ਭਾਈ ਜੀਵਨ ਸਿੰਘ, ਭਾਈ ਸੰਗਤ ਸਿੰਘ, ਭਾਈ ਧਰਮ ਸਿੰਘ, ਇਸੇ ਤਰ੍ਹਾਂ ਭਾਈ ਸਾਹਿਬ ਸਿੰਘ, ਵਾਹਿਗੁਰੂ, ਭਾਈ ਦਇਆ ਸਿੰਘ, ਭਾਈ ਮਾਨ ਸਿੰਘ, ਇਹ ਸਿੰਘ ਸਾਰੇ ਇਕੱਠੇ ਹੋ ਕੇ, ਭਾਈ ਕੋਠਾ ਸਿੰਘ, ਇਹ ਸਾਰੇ ਸਿੰਘਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਅੱਜ ਦੀ ਰਾਤ ਤੁਸੀਂ ਇਹ ਗੜੀ ਚੋਂ ਨਿਕਲਣਾ ਹੈ। ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਕੱਲ ਨੂੰ ਤੁਸੀਂ ਮੇਰਾ ਯੁੱਧ ਦੇਖਿਓ। ਮਹਾਰਾਜ ਸਾਨੂੰ ਪਤਾ ਹੈ ਤੁਸੀਂ ਯੁੱਧ ਵਿੱਚ ਹਾਰਨ ਵਾਲੇ ਨਹੀਂ, ਪਰ ਖਾਲਸਾ ਪੰਥ ਨੂੰ, ਇੰਨੀ ਐਸ ਗਰੀਬ ਜਨਤਾ ਨੂੰ, ਅੱਲ ਤਾੜੀਆਂ ਹੋਈਆਂ ਕੌਮਾਂ ਨੂੰ ਤੁਹਾਡੀ ਜ਼ਰੂਰਤ ਹੈ। ਹਲੇ ਖਾਲਸਾ ਪੰਥ ਜਵਾਨੀ ਦੀਆਂ ਦਲੀਜਾਂ ਵਿੱਚ ਪਹੁੰਚਿਆ। ਮਹਾਰਾਜ ਤੁਹਾਡੀ ਬਹੁਤੀ ਜ਼ਰੂਰਤ ਹੈ, ਕਿਰਪਾ ਕਰੋ ਗੜੀ ਚੋਂ ਨਿਕਲੋ। ਜਦੋਂ ਵੇਖਿਆ ਕਿ ਸਤਿਗੁਰੂ ਜੀ ਬਜਿੱਦ ਨੇ ਗੜੀ 'ਚ ਨਹੀਂ ਨਿਕਲਣਗੇ ਤਾਂ ਫਿਰ ਕਿਹਾ, ਮਹਾਰਾਜ ਆਪ ਜੀ ਨੇ ਤੇ ਸਾਨੂੰ ਵਚਨ ਦਿੱਤਾ ਸੀ ਕਿ ਖਾਲਸਾ ਗੁਰੂ, ਗੁਰੂ ਖਾਲਸਾ, ਤੇ ਫਿਰ ਤੁਹਾਡਾ ਤੇ ਸਾਡਾ ਫਰਕ ਕੀ ਹੈ ਜੇ ਕਿਹਾ ਹੀ ਨਹੀਂ ਮੰਨਣਾ। ਜਦੋਂ ਇਹਨਾਂ ਬਚਨਾਂ ਤੇ ਆ ਗਏ ਕਿ ਫਿਰ ਦੇਖਿਆ ਕਿ ਹੁਣ ਪੰਜੀ ਪਰਮੇਸ਼ਰ ਦੇ ਰੂਪ ਵਿੱਚ ਹੁਕਮ ਕਰਨਗੇ। ਮਹਾਰਾਜ ਨੇ ਉਹਨਾਂ ਸਿੰਘਾਂ ਦਾ ਸਤਿਕਾਰ ਕੀਤਾ, ਫਿਰ ਸਮਝਾਇਆ ਕਿ ਇਸ ਤਰ੍ਹਾਂ ਦੇ ਨਾਲ ਯੁੱਧ ਲੜਨਾ ਹੈ। ਭਾਈ ਸੰਗਤ ਸਿੰਘ ਦਾ ਜੋ ਮਨੁੱਖੀ ਸਰੀਰ ਸੀ ਉਹ ਕਲਗੀਧਰ ਮਹਾਰਾਜ ਨਾਲ ਮਿਲਦਾ ਸੀ, ਕੱਦ ਵੀ ਮਿਲਦਾ ਸੀ, ਨੈਣ ਨਕਸ਼ ਵੀ ਮਿਲਦੇ ਸਨ। ਸਤਿਗੁਰੂ ਨੇ ਆਪਣੀ ਪੋਸ਼ਾਕ ਭਾਈ ਸੰਗਤ ਸਿੰਘ ਨੂੰ ਪਹਿਨਾ ਦਿੱਤੀ, ਕਲਗੀ ਉਹਨੂੰ ਸਜਾ ਦਿੱਤੀ, ਤੇ ਪੰਥ ਦੇ ਸਾਹਮਣੇ ਸਿਰ ਝੁਕਾ ਕੇ ਕਿਹਾ ਜਿਵੇਂ ਆਪ ਜੀ ਦਾ ਹੁਕਮ ਉਵੇਂ ਹੀ ਹੋਵੇਗਾ। ਹੁਣ ਇਸ ਤਰ੍ਹਾਂ ਕਰੋ, ਮੇਰੇ ਨਾਲ 2-3 ਸਿੰਘ ਤਿਆਰ ਹੋਵੋ ਜਾਣ ਵਾਸਤੇ। ਸਾਧ ਸੰਗਤ ਜੀ, ਇਸ ਗੱਲ ਦਾ ਭਲੀ ਭਾਂਤ ਗਿਆਨ ਹੈ ਕਿ ਜੇ ਗੁਰੂ ਸਾਹਿਬ ਨਾਲ ਜਾਵਾਂਗੇ ਜ਼ਿੰਦਗੀ ਬਚ ਸਕਦੀ ਹੈ, ਪਰ ਇੱਥੇ ਸਾਡੀ ਆਖਰੀ ਰਾਤ ਹੈ। ਆਖਰੀ ਰਾਤ, ਦਿਨ ਚੜ੍ਹਦੇ ਨੂੰ ਲੱਖਾਂ ਫੌਜਾਂ ਨਾਲ ਮੁਕਾਬਲਾ ਹੋਣਾ ਹੈ, ਪਰ ਮਰਦਾਂ ਦੀ ਤਰ੍ਹਾਂ ਯੁੱਧ ਲੜਨਾ ਹੈ। ਸਭ ਜਾਣਦੇ ਸਨ, ਪਰ ਗੁਰੂ ਤੋਂ ਬਲਹਾਰ ਜਾਣ ਵਾਲੇ ਜਿਨ੍ਹਾਂ ਨੇ ਸਨਮੁਖ ਦੇਖਿਆ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਦਾ ਯੁੱਧ, ਉਹ ਕਿਵੇਂ ਕਹਿਣ ਕਿ ਅਸੀਂ ਬਾਹਰ ਜਾ ਚਲੇ ਜਾਈਏ, ਨਹੀਂ ਮਨ ਬਣਦਾ। ਮਹਾਰਾਜ ਨੇ ਫੇਰ ਦੂਸਰੀ ਵਾਰ ਕਿਹਾ, ਸਿੰਘੋ ਮੇਰੇ ਨਾਲ ਕੌਣ ਜਾਏਗਾ? ਕੋਈ ਆਪਣਾ ਨਾਮ ਨਾ ਪੇਸ਼ ਕਰੇ। ਫਿਰ ਭਾਈ ਦਇਆ ਸਿੰਘ ਨੇ ਕਿਹਾ, ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਤੁਹਾਡੇ ਨਾਲ ਕੌਣ ਜਾਵੇ, ਆਪ ਹੁਕਮ ਕਰੋ। ਸਿੰਘ ਕੋਈ ਜਾਣ ਵਾਸਤੇ ਤਿਆਰ ਨਹੀਂ। ਧੰਨ ਸਨ ਗੁਰੂ ਕੇ ਸਿੱਖ ਜਿਹੜੇ ਸ਼ਹਾਦਤਾਂ ਪਾਉਣ ਨੂੰ ਤਿਆਰ ਨੇ ਤੇ ਗੜੀ ਚੋਂ ਬਾਹਰ ਜਾਣ ਵਾਸਤੇ ਤਿਆਰ ਨਹੀਂ। ਸਤਿਗੁਰੂ ਜੀ ਮੁਸਕਰਾਏ, ਕਹਿੰਦੇ ਸਿੰਘੋ ਮੈਨੂੰ ਤੇ ਕਹਿ ਰਹੇ ਹੋ ਚਲੇ ਜਾਓ, ਤੇ ਤੁਹਾਡੇ ਚੋਂ ਕੋਈ ਵੀ ਜਾਣ ਨੂੰ ਤਿਆਰ ਨਹੀਂ। ਮੇਰਾ ਨਹੀਂ ਜੀ ਕਰਦਾ ਮੈਂ ਵੀ ਮੈਦਾਨੇ ਜੰਗ ਵਿੱਚ ਜੂਝਾਂ, ਪਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਜਿਵੇਂ ਬੇਨਤੀ ਕੀਤੀ ਹੁਕਮ ਕਰੋ, ਤੁਹਾਡੇ ਨਾਲ ਕੌਣ ਜਾਵੇ? ਫਿਰ 3 ਸਿੰਘ ਚੁਣੇ, ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ, ਕਿ ਤੁਸੀਂ ਇਕੱਲਿਆਂ ਨੇ ਇਹਨਾਂ ਤਾਰਿਆਂ ਦੀ ਸੇਧ ਤੇ ਪੁੱਜਣਾ ਹੈ, ਤੇ ਪੋਹ ਪਠਾਲੇ ਤੱਕ ਆਪਾਂ ਇੱਕ ਸਾਈਡ ਤੇ ਇੱਕ ਦਿਸ਼ਾ ਤੇ ਇਕੱਠੇ ਹੋਣਾ ਹੈ। ਰੋ ਵਿਚਾਰ ਸਤਿਗੁਰੂ ਪਾਤਸ਼ਾਹ ਜੀ ਗੜੀ ਛੱਡ ਗਏ, ਪਿੱਛੇ ਬੱਚੇ 7 ਸਿੰਘ 7। ਇਹਨਾਂ ਨੂੰ ਮਹਾਰਾਜ ਨੇ ਹੁਕਮ ਕਰ ਦਿੱਤਾ, ਦਿਨ ਚੜ੍ਹਦੇ ਨੂੰ ਤੁਸੀਂ ਗੜੀ ਦਾ ਬੂਹਾ ਖੋਲ ਦੇਣਾ। ਇਹਦਾ ਰਸਤਾ ਇਹੋ ਜਿਹਾ ਹੈ ਕਿ ਇਕੱਠੀ ਫੌਜ ਕਿਲੇ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕੇਗੀ। ਜਿਵੇਂ ਜਿਵੇਂ ਅੰਦਰ ਆਉਣਗੇ ਉਵੇਂ ਉਵੇਂ ਇਹਨਾਂ ਨੂੰ ਪਾਰ ਬੁਲਾਈ ਚੱਲਿਓ। ਘਮਸਾਨ ਦਾ ਯੁੱਧ ਲੜਨਾ ਹੈ। ਇਸੇ ਤਰ੍ਹਾਂ ਕੀਤਾ। ਸਾਧ ਸੰਗਤ ਜੀ, ਭਾਈ ਜੀਵਨ ਸਿੰਘ ਜੀ ਜਿਹੜੇ ਪਹਿਲਾਂ ਚੋਂ ਹੀ ਪਰਖਾਂ ਚੋਂ ਪਾਸ ਹੋਏ ਵੇ ਨੇ, ਇਹ ਸਾਰੇ ਸਿੰਘ ਬੜੇ ਯੋਧੇ ਸੂਰਬੀਰ ਸਨ। ਇਹਨਾਂ ਨੇ ਐਸਾ ਘਮਸਾਨ ਦਾ ਯੁੱਧ ਲੜਿਆ, ਦੁਪਹਿਰਾਂ ਤੱਕ ਸਾਧ ਸੰਗਤ ਜੀ ਐਸੀ ਕਟਾ ਵੱਡੀ ਹੋਈ, ਗੜੀ ਭਰ ਦਿੱਤੀ ਲੋਥਾਂ ਦੇ ਨਾਲ। ਤੇ ਫਿਰ ਜਦੋਂ ਪਛਾਣ ਕੀਤੀ ਵੀ ਹੁਣ ਗੁਰੂ ਨੂੰ ਅਸੀਂ ਕਤਲ ਕਰ ਦਿੱਤਾ ਹੈ,
ਉਹ ਭਾਈ ਸੰਗਤ ਸਿੰਘ ਸੀ। ਪਰ ਜਦੋਂ ਵਜੀਦ ਖਾਨ ਦੇ ਪਾਸ ਲਗਾਏ, ਪਹਿਲਾਂ ਖੁਸ਼ੀਆਂ ਦੇ ਡਮਕੇ ਵਜਾਏ, ਧਮਸੇ ਵਜਾਏ ਕਿ ਅਸੀਂ ਗੁਰੂ ਨੂੰ ਮਾਰ ਲਿਆ ਹੈ। ਪਰ ਵਜੀਦ ਖਾਨ ਜਾਣਦਾ ਸੀ, ਕਹਿੰਦਾ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਸਰੂਪ ਨਹੀਂ, ਉਹ ਇੱਥੋਂ ਨਿਕਲ ਗਏ ਨੇ। ਨਮੋਸ਼ੀ ਪੈ ਗਈ। ਇਹ ਖਾਲਸਾ ਪੰਥ ਦੀ ਵੱਡੀ ਜਿੱਤ ਸੀ। 10 ਲੱਖ ਫੌਜਾਂ ਦੇ ਘੇਰੇ ਵਿੱਚੋਂ ਖਾਲਸਾ ਪੰਥ ਦੀ ਬੇਨਤੀ ਮੰਨ ਕੇ ਗੁਰੂ ਕਲਗੀਧਰ ਪਾਤਸ਼ਾਹ ਦਾ ਉੱਥੋਂ ਨਿਕਲ ਜਾਣਾ ਕੋਈ ਛੋਟੀ ਜਿੱਤ ਸੀ। ਰੋ ਵਿਚਾਰ ਸਾਧ ਸੰਗਤ, ਇਸ ਤਰ੍ਹਾਂ ਦਾ ਯੁੱਧ ਹੋਇਆ। ਹੁਣ ਆਓ ਦੂਸਰੇ ਪਾਸੇ ਜਿਹੜੇ ਦਿਹਾੜੇ ਤੇ ਆਪਾਂ ਬੈਠੇ ਆ, ਸਤਿਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਸਰਸਾ ਤੋਂ 3 ਦਿਸ਼ਾਵਾਂ ਨੂੰ ਵੰਡਿਆ ਗਿਆ। ਇੱਕ ਗੁਰੂ ਸਾਹਿਬ ਦੇ ਨਾਲ, ਦੂਸਰੇ ਸਾਡੀਆਂ ਮਾਤਾਵਾਂ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਸਾਹਿਬ ਦੇਵਾ ਕੌਰ ਦੇ ਨਾਲ ਭਾਈ ਮਣੀ ਸਿੰਘ ਜੀ, ਭਾਈ ਉਤਰ ਸਿੰਘ ਜੀ, ਦਿੱਲੀ ਨਿਵਾਸੀ ਸਿੰਘ ਸਨ ਕੁਝ, ਉਹਨਾਂ ਨੂੰ ਨਾਲ ਲੈ ਕੇ ਹਰਿਦੁਆਰ ਤੋਂ ਹੁੰਦਿਆਂ ਹੋਇਆਂ ਦਿੱਲੀ ਪਹੁੰਚ ਗਏ। ਤੇ ਤੀਸਰਾ ਪਾਸੀ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਫਤਿਹ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬ ਜੋਰਾਵਰ ਸਿੰਘ, ਇਹਨਾਂ ਦੇ ਨਾਲ ਦਾਦੀ ਮਾਤਾ ਅਤੇ ਗੁਰੂ ਘਰ ਦਾ ਰਸੋਈਆ ਗੰਗਾ ਰਾਮ, ਇਹ ਨਾਲ ਚਲੇ ਗਏ। ਸਾਧ ਸੰਗਤ ਜੀ, ਪੜਾਅ ਕਰਦੇ ਹੋਏ ਇੱਕ ਗਰੀਬ ਸਿੱਖ ਕੋਮਾ ਭਾਈ, ਜਿਹਨੂੰ ਬਾਬਾ ਕੋਮਾ ਕਰਕੇ ਪੰਥ ਯਾਦ ਕਰਦਾ ਹੈ, ਉਹਦੀ ਝੁੱਗੀ ਵਿੱਚ ਰਾਤ ਕੱਟੀ। ਉੱਥੇ ਦੀਵਾ ਜਗਦਾ ਸੀ। ਆਵਾਜ਼ ਦਿੱਤੀ, ਭਾਈ ਕੌਣ ਹੈ? ਤੇ ਉਹ ਇਲਾਕੇ ਦਾ ਜਾਣੂ ਸੀ। ਉਹਨੇ ਮਾਤਾ ਨੂੰ ਪਛਾਣ ਕੇ, ਉਹਦੀਆਂ ਅੱਖਾਂ ਵਿੱਚੋਂ ਅਥਰੂ ਨਿਕਲੇ। ਮਾਤਾ ਇਸ ਹਾਲਤ ਵਿੱਚ ਸਤਿਗੁਰੂ ਪਾਤਸ਼ਾਹ ਦੀ ਮਾਤਾ ਨੂੰ ਪਛਾਣ ਕੇ ਉਹਨੇ ਜਥਾ ਸਖਤ ਗਰੀਬ ਬੰਦੇ ਨੇ ਸੇਵਾ ਕੀਤੀ। ਪਤਾ ਸੀ ਕਿ ਮਾਤਾ ਨੂੰ ਪਨਾਹ ਦੇਣੀ ਵੀ ਖਤਰੇ ਤੋਂ ਖਾਲੀ ਨਹੀਂ, ਮਾਤਾ ਨੂੰ ਬਸਤਰ ਦੇਣੇ ਵੀ ਖਤਰੇ ਤੋਂ ਖਾਲੀ ਨਹੀਂ। ਉਹਨੇ ਭੋਜਨ ਵੀ ਛਕਾਇਆ। ਅਗਲੀ ਰਾਤ ਇਹ ਗੰਗੂ ਬ੍ਰਾਹਮਣ ਆਪਣੇ ਘਰ ਲੈ ਗਿਆ ਮਾਤਾ ਜੀ ਨੂੰ, ਤੇ ਢੰਡੋਰਾ ਪਿੱਟਿਆ ਜਾ ਰਿਹਾ ਬਾਹਰ। ਜਿਹੜਾ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਨੂੰ ਪਨਾਹ ਦੇਵੇਗਾ, ਸਣ ਬੱਚਿਆਂ ਕੋਲੋਂ ਪੀੜ ਦਿੱਤਾ ਜਾਏਗਾ। ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰਾਏਗਾ, ਉਹਨੂੰ ਵੱਡੇ ਨਾਮ ਦਿੱਤੇ ਜਾਣਗੇ। ਡੋਲ ਗਿਆ ਗੰਗਾ, ਡੋਲ ਗਿਆ ਬਾਹਰ, ਢੰਡੋਰਾ ਪਿੱਟਿਆ ਤੇ ਜਾਣਦਾ ਕਿ ਮਾਤਾ ਦੇ ਪਾਸ ਵੀ ਸੋਨੇ ਦੀਆਂ ਮੋਹਰਾਂ ਨੇ, ਖੁਰਦੀਆਂ ਭਰੀਆਂ ਹੋਈਆਂ ਨੇ। ਇਹ ਵੀ ਧਨ ਮੇਰਾ ਹੋ ਜਾਏਗਾ, ਜਿਹੜਾ ਇਨਾਮ ਮਿਲੇਗਾ ਉਹ ਵੀ ਮੇਰਾ ਹੋ ਜਾਏਗਾ। ਰਾਤ ਨੂੰ ਰੌਲਾ ਪਾ ਦਿੱਤਾ, ਚੋਰ ਆ ਗਿਆ, ਚੋਰ ਆ ਗਿਆ। ਤੇ ਮਾਂ ਨੂੰ ਕੋਈ ਭੁੱਲ ਸੀ ਕਿਤੇ? ਕਲਗੀਧਰ ਪਾਤਸ਼ਾਹ ਦੀ ਮਾਤਾ ਕਿਤੇ ਐਵੇਂ ਸੀ? ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਕਰਦਿਆਂ 26 ਸਾਲ ਬੀਤ ਗਏ ਸੀ। ਸਾਧ ਸੰਗਤ, 26 ਸਾਲ ਮਾਤਾ ਗੁਜਰ ਕੌਰ ਨੂੰ, ਮਾਤਾ ਗੁਜਰੀ ਨੂੰ 26 ਸਾਲ ਕਦੇ ਸ਼ਿਕਵਾ ਨਹੀਂ ਕੀਤਾ ਕਿ ਮੇਰੇ ਘਰ ਵਿੱਚ ਪੁੱਤਰ ਨਹੀਂ ਹੈਗਾ। ਕਦੇ ਸ਼ਿਕਵਾ ਨਹੀਂ ਹੋਇਆ। ਸੇਵਾ ਹੀ ਕਰਦੇ ਰਹੇ। ਤੇ ਫਿਰ ਇੰਨੀ ਤਪੱਸਿਆ ਤੋਂ ਬਾਅਦ ਪੁੱਤਰ ਮਿਲਿਆ। ਤੇ ਉਹ ਮਾਂ ਕਿਤੇ ਬੇਖਬਰ ਸੀ ਦੁਨੀਆਦਾਰੀ ਤੋਂ। ਕਿਹਾ, ਗੰਗਿਆ ਤੂੰ ਬਹੁਤ ਸਮਾਂ ਗੁਰੂ ਘਰ ਦਾ ਨਮਕ ਖਾਦਾ ਹੈ, ਇਸ ਤਰ੍ਹਾਂ ਨਾ ਕਰ। ਤੈਨੂੰ ਜਿੰਨਾ ਧਨ ਚਾਹੀਦਾ ਲੈ ਲਾ, ਸਾਰੇ ਦਾ ਸਾਰਾ ਲੈ ਲਾ, ਪਰ ਸ਼ੋਰ ਨਾ ਮਚਾ, ਰੌਲਾ ਨਾ ਪਾ। ਲੈ ਮਾਤਾ ਜੀ, ਨਾਲੇ ਜਿਹੜੇ ਹਕੂਮਤ ਦੇ ਬਾਗੀ ਨੇ ਉਹਨਾਂ ਨੂੰ ਮੈਂ ਪਨਾਹ ਦੇਵਾਂ ਤੇ ਨਾਲੇ ਮੇਰੇ ਤੇ ਦੋਸ਼ ਲੱਗਣ। ਇਸ ਤਰ੍ਹਾਂ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫਿਰ ਦਿਨ ਚੜ੍ਹਦੇ ਨੂੰ ਮਰਿੰਡੇ ਥਾਣੇ ਦੇ ਵਿੱਚ ਖਬਰ ਦੇ ਦਿੱਤੀ। ਤੇ ਮਰਿੰਡੇ ਥਾਣੇ ਦੇ ਸਿਪਾਹੀ ਆਏ, ਦਰੋਗਾ ਆਇਆ, ਗੱਡਾ ਜੋੜ ਕੇ ਲਿਆਏ। ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ ਗ੍ਰਿਫਤਾਰ ਕਰ ਲਿਆ। ਸਾਹਿਬਜ਼ਾਦੇ ਪੁੱਛਦੇ ਨੇ, ਮਾਤਾ ਜੀ ਕਿੱਧਰ ਚੱਲੇ ਆ? ਕਹਿੰਦੇ, ਪੁੱਤਰ ਜਾਣਾ ਕਿੱਧਰ ਹੈ? ਤੁਹਾਨੂੰ ਤੇ ਮੈਨੂੰ ਗ੍ਰਿਫਤਾਰ ਕਰ ਲਿਆ, ਕਿਉਂ ਮਾਤਾ? ਸਾਡਾ ਕਸੂਰ ਕੀ ਹੈ? ਕਹਿੰਦੇ, ਤੁਹਾਨੂੰ ਮੈਂ ਸਾਰਾ ਕੁਝ ਰਸਤੇ ਜਾਂਦਿਆਂ ਜਾਂਦਿਆਂ ਦੱਸ ਦੇਵਾਂਗੀ ਕਿ ਤੁਹਾਡਾ ਕਸੂਰ ਕੀ ਹੈ। ਤੁਹਾਡੇ ਪਿਤਾ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਜਿਹੜੀ ਗਰੀਬਾਂ ਨੂੰ ਲੁਤਾੜਿਆ ਹੋਇਆ ਸੀ, ਇਹ ਹਕੂਮਤ ਦੇ ਨਿਯਮ ਹੁੰਦੇ ਨੇ, ਹਕੂਮਤ ਦੀਆਂ ਚਾਲਾਂ ਹੁੰਦੀਆਂ ਨੇ। ਜਿਨ੍ਹਾਂ ਲੋਕਾਂ ਤੇ ਰਾਜ ਕਰਨਾ ਹੁੰਦਾ ਨਾ, ਉਹਨਾਂ ਨੂੰ ਘਸਿਆਰੇ ਬਣਾ ਕੇ ਰੱਖਣਾ ਚਾਹੁੰਦਾ ਹੈ। ਹਕੂਮਤ ਹੁਕਮਰਾਨ ਦੀ ਇਹ ਨੀਤੀ ਹੈ, ਹਮੇਸ਼ਾ ਤੋਂ ਲੈ ਕੇ ਚੱਲੀ ਆਈ। ਅੱਜ ਵੀ ਇਹ ਨੀਤੀ ਵਾਪਰ ਰਹੀ ਹੈ। ਤੁਹਾਨੂੰ ਘਸਿਆਰੇ ਬਣਾ ਕੇ ਰੱਖਣਾ ਚਾਹੁੰਦੇ ਨੇ। ਰੋ ਵਿਚਾਰ, ਮੈਂ ਇਸ ਪਾਸੇ ਨਾ ਜਾਵਾਂ। ਮਾਤਾ ਨੇ ਕਿਹਾ ਕਿ ਤੁਹਾਡੇ ਪਿਤਾ ਨੇ ਇੱਕੇ ਬਾਟੇ ਵਿੱਚ ਸਭ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਬਰਾਬਰਤਾ ਦੇ ਅਧਿਕਾਰ ਦੇ ਦਿੱਤੇ, ਮਨੁੱਖਤਾ ਦੀ ਜ਼ਿੰਦਗੀ ਜਿਉਣ ਦਾ ਫਲਸਫਾ ਸਮਝਾਇਆ। ਇਹ ਇਹਨਾਂ ਲੋਕਾਂ ਨੂੰ ਰਾਸ ਨਹੀਂ ਆਉਂਦੀ ਪੁੱਤਰ, ਹੋਰ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਮੈਨੂੰ ਲੱਗਦਾ ਕਿ ਤੁਸੀਂ ਜਲਦੀ, ਤੇ ਮੈਂ ਵੀ ਤੁਹਾਡੇ ਨਾਲ ਜਲਦੀ, ਤੁਹਾਡੇ ਦਾਦਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਰਸਤੇ ਤੇ ਚੱਲ ਕੇ ਉਹਦੀ ਗੋਦ ਵਿੱਚ ਪਹੁੰਚਣ ਵਾਲੇ ਨੇ। ਸਾਧ ਸੰਗਤ, ਫਿਰ
ਸਰਹੰਦ ਲਿਆ ਕੇ ਠੰਡੇ ਬੁਰਜ ਵਿੱਚ ਕੈਦ ਕਰ ਲਿਆ ਗਿਆ। ਮੈਂ ਥੋੜਾ ਇਤਿਹਾਸ ਨੂੰ ਸ਼ਾਰਟਕਟ ਕਰ ਰਿਹਾ। ਇੱਥੇ ਲਿਆ ਕੇ ਸਾਧ ਸੰਗਤ ਜੀ ਰਾਤ ਗੁਜ਼ਰੀ, ਰਾਤ ਪਈ, ਮਾਤਾ ਗੁਜਰੀ ਨੇ ਉਸ ਠੰਡੇ ਬੁਰਜ ਦੀ ਕੋਈ ਤਾਕੀ ਨਹੀਂ, ਹਵਾਵਾਂ ਠੰਡੀਆਂ ਆਉਂਦੀਆਂ ਨੇ, ਛਾਤੀ ਨਾਲ ਲਾ ਕੇ ਪੁੱਤਰਾਂ ਨੂੰ ਨਿੱਘ ਦਿੱਤਾ, ਰਹਿ ਰਸ ਦਾ ਪਾਠ ਕੀਤਾ, ਵਾਹਿਗੁਰੂ ਦਾ ਜਾਪ ਕੀਤਾ ਤੇ ਵੱਡੇ ਪਿਤਾਮਾ ਗੁਰੂ ਦੀਆਂ, ਗੁਰੂ ਅਰਜਨ ਸਾਹਿਬ ਜੀ ਤੋਂ ਲੈ ਕੇ ਸਾਖੀਆਂ ਸੁਣਾਈਆਂ, ਇਤਿਹਾਸ ਸੁਣਾਇਆ ਤੇ ਇੱਕੋ ਗੱਲ ਕਹੀ, ਪੁੱਤਰੋ ਯਾਦ ਰੱਖਿਓ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਯਾਦ ਰੱਖਿਓ ਕਿ ਤੁਹਾਡਾ ਦਾਦਾ ਗੁਰੂ ਤੇਗ ਬਹਾਦਰ ਹੈ, ਜਿਨ੍ਹਾਂ ਨੇ ਇੱਕ ਧਰਮ ਦੀ ਦੂਸਰੇ ਧਰਮ ਦੀ ਖਾਤਰ, ਧਰਮ ਨੂੰ ਬਚਾਉਣ ਦੀ ਖਾਤਰ ਸ਼ਹਾਦਤ ਦੇ ਦਿੱਤੀ। ਅੱਜ ਆਪਣੇ ਧਰਮ ਤੇ ਆਣ ਬਣੀ ਹੈ, ਆਪਣਾ ਧਰਮ ਪਰਪੱਕਤਾ ਦੇ ਨਾਲ ਨਿਭਾਉਣਾ ਹੈ। ਤੇ ਬੱਚੇ ਭਾਵੇਂ ਛੋਟੇ ਸਨ, ਪਰ ਜਿਨ੍ਹਾਂ ਨੂੰ ਜਨਮ ਤੋਂ ਲੈ ਕੇ ਸਿੱਖਿਆ ਹੀ ਇਹ ਸੀ, ਉਹਨਾਂ ਨੇ ਬੜੇ ਚਾਅ ਦੇ ਨਾਲ ਕਿਹਾ, ਤੋਤਲੀ ਆਵਾਜ਼ ਵਿੱਚ ਕਿਹਾ ਕਿ ਮਾਤਾ ਤੂੰ ਫਿਕਰ ਨਾ ਕਰੀ, ਜਿੱਡੇ ਵੱਡੇ ਮਰਜ਼ੀ ਪਰਚੇ ਪੈ ਜਾਣ, ਇਹ ਤੇਰੇ ਪੋਤਰੇ ਵੇਖੀ 100/100 ਨੰਬਰ ਲੈ ਕੇ ਤੇਰੇ ਸਾਹਮਣੇ ਆਉਣਗੇ। ਸਾਧ ਸੰਗਤ ਜੀ, ਇਹ ਗੱਲਾਂ ਛੋਟੀਆਂ ਨਹੀਂ ਸਨ। ਸੌਂਗੇ ਬੱਚੇ, ਦਾਦੀ ਮਾਂ ਦੀ ਛਾਤੀ ਨਾਲ ਲੱਗੇ ਸੌਂਗੇ, ਥੱਕੇ ਹੋਏ। ਦਿਨ ਚੜਿਆ, 2 ਸਿਪਾਹੀ ਆਏ, ਕਹਿੰਦੇ ਮਾਤਾ ਤਿਆਰ ਕਰੋ, ਬੱਚਿਆਂ ਨੂੰ ਲੈ ਕੇ ਜਾਣਾ ਹੈ। ਕੀ ਗੱਲ ਭਾਈ, ਕਿੱਥੇ ਲਿਜਾਣਾ ਹੈ? ਸੂਬਾ ਵਜੀਦ ਖਾਨ ਦੀ ਕਚਹਿਰੀ ਲੱਗੀ, ਅਦਾਲਤ ਲੱਗੀ, ਉੱਥੇ ਲੈ ਕੇ ਜਾਣਾ। ਬੱਚਿਆਂ ਦਾ ਕਸੂਰ ਕੀ ਹੈ? ਇਹਨਾਂ ਨੇ ਕੋਈ ਚੋਰੀ ਕੀਤੀ, ਕੋਈ ਕਤਲ ਕੀਤਾ, ਕੋਈ ਗੁਨਾਹ ਕੀਤਾ ਹੈ? ਸਾਨੂੰ ਸਮਝਾਓ। ਕਹਿੰਦੇ ਮਾਤਾ ਜੀ ਅਸੀਂ ਤੇ ਹੁਕਮ ਦੇ ਬੱਧੇ ਹਾਂ, ਜੋ ਕੁਝ ਵਾਪਰਨ ਵਾਲਾ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ ਹੈ, ਅਸੀਂ ਤੇ ਸਿਰਫ ਲਿਜਾ ਕੇ ਕਚਹਿਰੀ 'ਚ ਪੇਸ਼ ਕਰਨਾ ਹੈ, ਇਸ ਕਰਕੇ ਸਾਡੀ ਡਿਊਟੀ ਹੈ। ਮਾਤਾ ਨੇ ਬੱਚੇ ਤਿਆਰ ਕੀਤੇ, ਸਾਹਿਬਜ਼ਾਦਿਆਂ ਨੂੰ ਲੈ ਕੇ ਚੱਲਿਆ। ਉਹ ਬੜੇ ਚਾਅ ਦੇ ਨਾਲ ਉਸੇ ਤਰ੍ਹਾਂ ਸ਼ਿੰਗਾਰੇ ਹੋਏ ਨੇ, ਨੀਲੇ ਬਾਨੇ ਪਹਿਨੇ ਹੋਏ ਨੇ, ਤਿੱਲੇਦਾਰ ਜੁੱਤੀਆਂ ਪਾਈਆਂ ਹੋਈਆਂ, ਕਮਰ ਕਸੇ ਕੀਤੇ ਹੋਏ ਨੇ, ਕਲਗੀਆਂ ਸਜੀਆਂ ਹੋਈਆਂ ਨੇ ਤੇ ਬੜੇ ਰੋਹਬ ਦੇ ਨਾਲ ਜਾ ਰਹੇ ਨੇ। ਜਾ ਕੇ ਕਚਹਿਰੀ ਵਿੱਚ ਪੇਸ਼ ਕੀਤਾ। ਅੱਜ ਸੂਬਾ ਕਹਿ ਰਿਹਾ ਕਿ ਇਹਨਾਂ ਤੇ ਕੋਈ ਤਸ਼ੱਦਦ ਨਹੀਂ ਕਰਨਾ, ਛੋਟੇ ਛੋਟੇ ਬੱਚੇ ਆ, ਲਾਲਚ ਦਿਆਂਗੇ ਮੰਨ ਜਾਣਗੇ। ਕਿਹਾ ਕਿ ਬੱਚਿਓ ਤੁਹਾਨੂੰ ਫੌਜਾਂ ਦੇ ਜਰਨੈਲ ਬਣਾਵਾਂਗੇ, ਨੂੰ ਖਿਡਾਉਣੇ ਕਿਉਂ ਜੇ ਜਿਹੋ ਜਿਹੇ ਬੱਚਿਆਂ ਦੀ ਆਦਤ। ਕਹਿੰਦੇ ਇਹ ਯੁੱਧ ਦੇ ਵਿੱਚ ਹੀ ਪਲੇ ਨੇ, ਇਹ ਤੀਰ ਅੰਦਾਜ਼ੀ ਸਿੱਖਦਿਆਂ ਹੀ ਪਲੇ ਨੇ, ਘੋੜ ਸਵਾਰੀ ਸਿੱਖਦਿਆਂ ਪਲੇ ਨੇ, ਇਹਨਾਂ ਨੂੰ ਇਹੀ ਲਾਲਚ ਦਈਏ। ਲਾਲਚ ਦਿੱਤਾ, ਤੁਹਾਨੂੰ ਫੌਜਾਂ ਦੇ ਜਰਨੈਲ ਬਣਾਵਾਂਗੇ, ਸੂਬਿਆਂ ਦੀਆਂ ਲੜਕੀਆਂ ਨਾਲ ਤੁਹਾਡੇ ਨਿਕਾਹ ਕਰ ਦਿਆਂਗੇ, ਤੁਹਾਡੀ ਦੁਨੀਆ 'ਚ ਜੈ ਜੈਕਾਰ ਹੋਵੇਗੀ। ਕਿਹਾ ਨਹੀਂ, ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹਾਂ ਤੇ ਅਸੀਂ ਆਪਣੇ ਧਰਮ ਦੇ ਪੱਕੇ ਹਾਂ। ਤੁਸੀਂ ਸਾਡੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਰਖਿਆ, ਤੁਸੀਂ ਮਤੀ ਦਾਸ ਨੂੰ ਪਰਖਿਆ, ਤੁਸੀਂ ਸਤੀ ਰਾਮ ਨੂੰ ਪਰਖਿਆ, ਜਿੰਨੀਆਂ ਮਰਜ਼ੀ ਪਰਖਾਂ ਹੋਰ ਕਰ ਲਿਓ। ਇਸੇ ਤਰ੍ਹਾਂ ਦੇ ਬਚਨ ਬਲਾਸ ਕਰਦਿਆਂ ਸ਼ਾਮਾਂ ਪੈ ਗਈਆਂ ਤੇ ਫਿਰ ਕਹਿ ਦਿੱਤਾ, ਬੱਚਿਓ ਦਾਦੀ ਮਾਂ ਦੇ ਨਾਲ ਸਲਾਹ ਕਰ ਲਿਓ, ਤੁਹਾਨੂੰ ਜ਼ਿੰਦਗੀ ਚਾਹੀਦੀ ਹੈ ਕਿ ਤੁਹਾਨੂੰ ਮੌਤ ਚਾਹੀਦੀ ਹੈ। ਜ਼ਿੰਦਗੀ ਬੜੀ ਚਾਵਾਂ ਵਾਲੀ ਹੋਵੇਗੀ, ਜ਼ਿੰਦਗੀ ਬੜੀ ਬਾਦਸ਼ਾਹਾਂ ਵਾਲੀ ਹੋਵੇਗੀ, ਸ਼ਹਿਜ਼ਾਦਿਆਂ ਵਾਲੀ ਹੋਵੇਗੀ, ਇਹ ਸਾਰੀ ਵਿਚਾਰ ਕਰ ਲਿਓ। ਚਲੇ ਗਏ ਵਾਪਸ, ਦੌੜੇ ਨੇ, ਪੌੜੀਆਂ ਚੜ੍ਹਦੇ ਨੇ, ਦੂਸਰੇ ਤੋਂ ਦੂਸਰਾ। ਪਹਿਲਾਂ ਮਾਤਾ ਨੂੰ ਜਾ ਕੇ ਦੱਸਾਂ, ਜਿਵੇਂ ਸਕੂਲ 'ਚੋਂ ਬੱਚਾ ਫਸਟ ਨੰਬਰ ਲੈ ਕੇ ਆਉਂਦਾ ਨਾ, ਤੇ ਆਪਦੀ ਮਾਂ ਕੋਲ ਦੌੜ ਕੇ ਜੱਫੀ ਪਾਉਂਦਾ ਹੈ ਕਿ ਮਾਤਾ ਆ ਮੇਰਾ ਪੇਪਰ ਦੇਖ, ਮੈਂ ਬੜੇ ਨੰਬਰ ਲੈ ਕੇ ਆਇਆ। ਇਸ ਤਰ੍ਹਾਂ ਜੋ ਜਾ ਕੇ ਸਾਹਿਬਜ਼ਾਦੇ ਨੇ ਕਿਹਾ, ਮਾਤਾ ਜੀ ਆਪ ਜੀ ਦੀ ਕਿਰਪਾ ਨਾਲ, ਆਪ ਜੀ ਦੀ ਸਿੱਖਿਆ ਮੁਤਾਬਕ ਅਸੀਂ ਮੂੰਹ ਤੋੜ ਜਵਾਬ ਦਿੱਤੇ ਨੇ। ਆ ਦੇਖ ਸਾਡੀ ਸਾਰੀ ਕਹਾਣੀ ਸੁਣ, ਸਾਰੀ ਵਿਥਿਆ ਦੱਸੀ। ਅੱਧੀ ਕਹਾਣੀ ਇੱਕ ਦੱਸਦਾ, ਦੂਸਰਾ ਉਹਨੂੰ ਵਿੱਚੋਂ ਟੋਕ ਕੇ ਦੱਸਦਾ ਹੈ ਵੀ ਮੈਂ ਨਾ ਪਿੱਛੇ ਰਹਿ ਜਾਵਾਂ। ਮਾਤਾ ਬੜੀ ਖੁਸ਼ ਹੋਈ, ਬਹੁਤ ਪ੍ਰਸੰਨ ਹੋਈ। ਕੋਈ ਐਸੀ ਦਾਦੀ ਮਾਂ ਹੋਵੇਗੀ ਜਿਹਨੂੰ ਪਤਾ ਹੈ ਕਿ ਜਿਹੜੀ ਸਿੱਖਿਆ ਮੈਂ ਦੇ ਰਹੀ ਹਾਂ ਇਹ ਇਹਨਾਂ ਨੂੰ ਸ਼ਹਾਦਤ ਤੇ ਪਹੁੰਚਾਏਗੀ। ਪਰ ਮਾਤਾ ਪ੍ਰਸੰਨਤਾ ਦੇ ਨਾਲ ਕੰਡ ਥਾਪੜ ਰਹੀ ਹੈ, ਪੁੱਤਰੋ ਕੱਲ ਨੂੰ ਵੀ ਤੁਸੀਂ ਜਾਣਾ ਹੈ, ਇਸ ਤੋਂ ਵੱਡੇ ਤੇ ਸਖਤ ਪਰਚੇ ਪੈ ਸਕਦੇ ਨੇ, ਮਾਤਾ ਫਿਕਰ ਨਾ ਕਰੀ। ਅਗਲਾ ਦਿਨ ਚੜਿਆ, ਫਿਰ ਕਚਹਿਰੀ ਜਾ ਰਹੇ ਨੇ। ਅੱਜ ਇੱਕ ਨਵੀਂ ਵਿਉਂਤ ਬਣਾਈ ਗਈ, ਜਿੱਥੇ ਕਚਹਿਰੀ ਲੱਗੀ ਹੈ ਉਸ ਦਰਬਾਰ ਦਾ ਦਰਵਾਜ਼ਾ ਬੰਦ ਹੈ, ਸਿਰਫ ਖਿੜਕੀ ਖੁੱਲੀ ਹੈ ਕਿ ਇਸ ਖਿੜਕੀ ਵਿੱਚੋਂ ਜਦੋਂ ਨੀਵੀਂ ਪਾ ਕੇ ਸਾਹਿਬਜ਼ਾਦੇ ਕਚਹਿਰੀ ਵਿੱਚ, ਅਦਾਲਤ ਵਿੱਚ ਪੇਸ਼ ਹੋਣਗੇ, ਦਰਬਾਰ ਵਿੱਚ ਪੇਸ਼ ਹੋਣਗੇ, ਫਿਰ ਅੱਲਾਹੂ ਦੇ ਨਾਅਰੇ ਲਾ ਦਿਆਂਗੇ, ਤਾੜੀਆਂ ਮਾਰਾਂਗੇ, ਕਹਿ ਦੇਵਾਂਗੇ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰ ਝੋਗੇ ਨੇ। ਪਰ ਉਹ ਸਭ ਜਾਣਦੇ ਸਨ, ਇੱਕਦਮ ਠਹਿਰ ਗਏ। ਸਾਹਿਬਜ਼ਾਦਾ ਫਤਿਹ ਸਿੰਘ ਕਹਿੰਦਾ ਹੈ
ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਵੀਰ ਮੇਰੀ ਗੱਲ ਸੁਣ। ਆ ਇੱਕ ਚਾਲ ਹੈ, ਬਿਲਕੁਲ ਨੀਵੀਂ ਪਾ ਕੇ ਨਹੀਂ ਲੰਘਣਾ। ਸਾਡੀ ਧੌਣ ਇੱਥੇ ਨਹੀਂ ਝੁਕ ਸਕਦੀ। ਸਾਨੂੰ ਜੋ ਸਿੱਖਿਆ ਦਿੱਤੀ ਗਈ ਪਿਤਾ ਨੇ, ਇਹ ਧੌਣ ਝੁਕ ਗਈ ਸਿਰਫ ਖਾਲਸਾ ਪੰਥ ਦੇ ਸਨਮੁਖ, ਗੁਰੂ ਗ੍ਰੰਥ ਸਾਹਿਬ ਦੇ ਸਨਮੁਖ। ਦੁਸ਼ਮਣਾਂ ਦੇ ਸਾਹਮਣੇ ਕਦੇ ਵੀ ਧੌਣ ਨਹੀਂ ਝੁਕ ਸਕਦੀ। ਫਿਰ ਵੀਰ ਕੀ ਕਰਨਾ ਹੈ? ਕਹਿੰਦੇ ਕਰਨਾ ਇਹ ਹੈ, ਪਹਿਲਾਂ ਪੈਰਾਂ ਦੇ ਕਦਮ ਅੱਗੇ ਨਿਕਲਣਗੇ। ਇਹਦੇ ਦੋ ਕਾਰਨ ਹੋਣਗੇ। ਇੱਕ ਤਾਂ ਤਿੱਲੇਦਾਰ ਜੁੱਤੀਆਂ ਨੋਕਾਂ ਵਾਲੀਆਂ ਵਿਖਾਵਾਂਗੇ ਵਜੀਦ ਨੂੰ ਕਿ ਤੇਰੀਆਂ ਦਿੱਤੀਆਂ ਹੋਈਆਂ ਬਹੁਤ ਸਾਰੀਆਂ ਖਿਲਤਾਂ ਨੂੰ ਅਸੀਂ ਜੁੱਤੀ ਦੀ ਨੋਕ ਤੇ ਠਕਰਾਉਣੇ ਆ। ਜੁੱਤੀ ਦਾ ਤਲਾ ਦਿਖਾਵਾਂਗੇ, ਜੁੱਤੀ ਦਾ ਤਲਾ ਦਿਖਾਵਾਂਗੇ ਕਿ ਆਹ ਜੁੱਤੀਆਂ ਦੇ ਤਲੇ ਤੇਰੇ ਸਿਰ ਵਿੱਚ ਵੱਜਣ ਵਾਲੇ ਨੇ। ਆਪੇ ਸਮਝ ਆਵੇਗਾ। ਤੇ ਫਿਰ ਜਦੋਂ ਕਚਹਿਰੀ ਦੇ ਸਨਮੁਖ ਹੋਏ, ਇਹ ਨਾਲ ਦੇ ਸਿਪਾਹੀ ਕਹਿੰਦੇ ਸੀ ਕਿ ਕਚਹਿਰੀ ਲੱਗੀ ਹੈ, ਝੁੱਕ ਕੇ ਸਲਾਮ ਕਰਿਓ, ਸੂਬਾ ਖੁਸ਼ ਹੋ ਜਾਵੇਗਾ। ਵਜੀਦ ਖਾਨ ਦੀ ਪ੍ਰਸੰਨਤਾ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ। ਤੇ ਸਾਹਿਬਜ਼ਾਦੇ ਕਹਿ ਰਹੇ ਨੇ ਕਿ ਜੋਰਾਵਰ ਸਿੰਘ ਤੂੰ ਮੇਰੇ ਵੱਲ ਝਾਕੀ, ਮੈਂ ਤੇਰੇ ਵੱਲ ਝਾਕਾਂਗਾ। ਦੋਨੇ ਹੱਥ ਜੋੜੀ, ਮੈਂ ਵੀ ਜੋੜਾਂਗਾ। ਤੂੰ ਮੇਰੇ ਸਾਹਮਣੇ ਝੁਕੀ, ਮੈਂ ਵੀ ਤੇਰੇ ਸਾਹਮਣੇ ਝੁਕਾਂਗਾ। ਤੇ ਕਲਗੀਧਰ ਪਾਤਸ਼ਾਹ ਦੀ ਫਤਿਹ ਬੁਲਾਵਾਂਗੇ। ਆਪਾਂ ਗੱਜ ਕੇ ਬੁਲਾਵਾਂਗੇ ਫਤਿਹ। ਦੋਨੇ ਸਨਮੁਖ ਹੋਏ, ਗੱਜ ਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਤੀ ਕੱਪੜੀ ਅੱਗ ਲੱਗ ਗਈ ਸੂਬੇ ਦੇ। ਕਹਿੰਦਾ ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ, ਇਹ ਸੂਬੇ ਦੀ ਕਚਹਿਰੀ ਆ, ਕੀ ਕਰਦੇ ਹੋ? ਇਹ ਗੱਲਾਂ ਚੱਲ ਰਹੀਆਂ ਸਨ। ਤੇ ਇਸੇ ਵਕਤ ਮਰੇਰਕੋਟਲੇ ਦਾ ਨਵਾਬ ਮੁਹੰਮਦ ਖਾਨ ਸ਼ੇਰਗੁਲ ਉਹ ਖੜਾ ਹੋਇਆ। ਹੁਣੇ ਝਾਕਦੇ ਨੇ। ਇਹਦਾ ਸਕਾ ਭਰਾ ਸੀ ਨਾਰ ਖਾਂ, ਤੇ ਸਾਧ ਸੰਗਤ ਖਿਜਰ ਖਾਂ ਇਹਦਾ ਭਤੀਜਾ ਸੀ, ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਯੁੱਧ ਕਰਦਿਆਂ ਮਾਰਿਆ ਗਿਆ ਸੀ। ਤੇ ਜਿਹੜਾ ਨਾਰ ਖਾਂ ਕਲਗੀਧਰ ਪਾਤਸ਼ਾਹ ਦੇ ਤੀਰ ਦੇ ਨਾਲ ਮਾਰਿਆ ਗਿਆ ਸੀ। ਜਦੋਂ ਖੜਾ ਹੋਇਆ, ਕਹਿਣ ਲੱਗਾ ਸੂਬਾ ਸਾਹਿਬ ਇਹਨਾਂ ਬੱਚਿਆਂ ਦਾ ਕਸੂਰ ਕੀ ਹੈ? ਤੇ ਸੂਬਾ ਸਰਹੰਦ ਕਹਿੰਦਾ ਮੁਹੰਮਦ ਸ਼ੇਰਗੁਲ ਸ਼ਾਹ ਤੂੰ ਮਰੇਰਕੋਟਲੇ ਦਾ ਨਵਾਬ ਹੈ, ਜਰਾ ਆਪਣੇ ਵੱਲ ਧਿਆਨ ਮਾਰ। ਤੇਰਾ ਸਕਾ ਭਰਾ ਇਹਨਾਂ ਦੇ ਪਿਤਾ ਨੇ ਮਾਰਿਆ ਹੈ, ਤੇਰਾ ਭਤੀਜਾ ਇਹਨਾਂ ਦੇ ਪੁੱਤਰਾਂ ਨੇ ਮਾਰਿਆ, ਤੇ ਤੂੰ ਹੁਣ ਬੁਜ਼ਦਿਲੀ ਦਿਖਾਉਣਾ ਹੈ? ਕਹਿੰਦਾ ਬਿਲਕੁਲ ਨਹੀਂ। ਦੇਖੋ ਜਿੰਨਾ ਮੇਰਾ ਪਰਿਵਾਰ ਸਰਹੰਦ ਦੇ ਯੁੱਧ ਵਿੱਚ ਗਿਆ, ਚਮਕੌਰ ਦੇ ਯੁੱਧ ਵਿੱਚ ਗਿਆ, ਸ਼ਹਾਦਤਾਂ ਪਾ ਗਿਆ, ਪਰ ਤੂੰ ਤੇਰੇ ਵੱਡੇ ਵੱਡੇ ਜਰਨੈਲ ਗੁਰੂ ਕਲਗੀਧਰ ਮਹਾਰਾਜ ਦੇ ਸਨਮੁਖ ਨਹੀਂ ਹੋਏ। ਤੁਸੀਂ ਯੁੱਧ ਦੇ ਕਾਇਰ ਹੋ। ਜਦੋਂ ਇਹ ਗੱਲਾਂ ਸੁਣੀਆਂ, ਸ਼ਰਮਿੰਦਾ ਤਾਂ ਹੋਇਆ ਪਰ ਆਕੜ ਸੀ। ਉਸ ਆਕੜ ਨਾਲ ਕਿਹਾ ਤੂੰ ਬਹਿ ਜਾ, ਆਰਾਮ ਨਾਲ ਦੱਸ ਕੀ ਕਹਿਣਾ ਚਾਹਣਾ ਹੈ, ਛੱਡ ਦਈਏ ਇਹਨਾਂ ਨੂੰ? ਕਹਿੰਦਾ ਮੈਂ ਨਹੀਂ ਕਹਿੰਦਾ, ਕੁਰਾਨ ਸ਼ਰੀਫ ਇਹ ਕਹਿੰਦੀ ਹੈ ਕਿ ਇੰਨੇ ਛੋਟੇ ਬੱਚਿਆਂ ਨੂੰ ਕਤਲ ਨਹੀਂ ਕੀਤਾ ਜਾ ਸਕਦਾ। ਇਹ ਕੁਰਾਨ ਸ਼ਰੀਫ ਦਾ ਉਪਦੇਸ਼ ਹੈ। ਤੁਸੀਂ ਇਸਲਾਮ ਦੀ ਲੰਘਣਾ ਕਰ ਰਹੇ ਹੋ, ਇਸਲਾਮ ਦੀ ਸ਼ਰੀਅਤ ਦੀ ਲੰਘਣਾ ਕਰ ਰਹੇ ਹੋ। ਤੁਸੀਂ ਇਹ ਕੰਮ ਨਾ ਕਰੋ। ਇਸ ਤੇ ਵਜੀਦਾ ਥੋੜਾ ਜਿਹਾ ਕਸੰਬਰ ਗਿਆ ਵੀ ਗੱਲ ਤੇ ਠੀਕ ਹੈ। ਮੌਕੇ ਨੂੰ ਤਾੜਦਿਆਂ ਸੁੱਚਾਨੰਦ ਉੱਠਿਆ, ਕਹਿੰਦਾ ਸੂਬਾ ਸਾਹਿਬ ਸੱਪਾਂ ਦੇ ਪੁੱਤਰ ਸਪੋਲੀਏ ਹੀ ਹੁੰਦੇ ਨੇ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ, ਵੇਖੀ ਕਿਤੇ ਖਤਾ ਨਾ ਖਾ ਜਾਈ। ਇਹਨਾਂ ਨੂੰ ਛੱਡਿਆ ਤੇ ਪੁੱਛੋ ਇਹਨਾਂ ਨੂੰ। ਜਦੋਂ ਪੁੱਛਿਆ ਸੁੱਚਾਨੰਦ ਨੇ, ਕਹਿਣ ਲੱਗਾ ਬੱਚਿਓ ਜੇ ਤੁਹਾਨੂੰ ਛੱਡ ਦਿਓ ਕੀ ਕਰੋਗੇ? ਕਹਿੰਦੇ ਅਸੀਂ ਆਪਣੇ ਭਰਾਵਾਂ ਦੀ ਤਲਾਸ਼ ਕਰਾਂਗੇ, ਉਹਨਾਂ ਨੂੰ ਲੱਭਾਂਗੇ, ਖਿੰਡਿਆਂ ਪੁੰਡਿਆਂ ਨੂੰ ਇਕੱਤਰ ਕਰਾਂਗੇ ਤੇ ਜ਼ੁਲਮ ਦਾ ਨਾਸ਼ ਕਰਕੇ ਤੁਹਾਡੇ ਤੇ ਚੜ੍ਹਾਈ ਕਰਕੇ ਆਵਾਂਗੇ, ਤੁਹਾਨੂੰ ਮੁਕਾਬਲਾ ਕਰਕੇ ਮਾਰ ਮੁਕਾਵਾਂਗੇ। ਕਹਿੰਦਾ ਸੁਣ ਲਿਆ, ਇਹ ਇਹਨਾਂ ਦਾ ਕੀਤਾ ਹੈ। ਸਾਧ ਸੰਗਤ ਜੀ ਫਿਰ ਬੜੇ ਰੋਹ ਭਰੀਆਂ ਗੱਲਾਂ ਹੋਈਆਂ ਤੇ ਅਖੀਰ ਸਾਰਾ ਦਿਨ ਇੱਕ ਦੋ ਗੱਲਾਂ ਚੱਲਦੀਆਂ ਰਹੀਆਂ। ਕਿਹਾ ਕਿ ਹੁਣ ਕੀ ਹੋਵੇ? ਕਾਜੀ ਨੂੰ ਦਿਓ ਫਤਵਾ, ਕਾਜੀ ਨੂੰ ਹੁਕਮ ਦਿਓ ਕਿ ਫਤਵਾ ਦੇਵੇ। ਕਾਜੀ ਕੌਣ ਸੀ? ਜੱਜ। ਤੇ ਜੱਜ ਕੌਣ ਸੀ? ਜਿਹੜਾ ਉਹਨਾਂ ਦਾ ਖਾਸਮ ਖਾਸ ਬੰਦਾ, ਉਹਨੂੰ ਜੱਜ ਬਣਾਇਆ। ਹਕੂਮਤਾਂ ਐਵੇਂ ਕਰਦੀਆਂ ਨਾ, ਕਿਤੇ ਸੁਪਰੀਮ ਕੋਰਟ ਦਾ ਅੱਜ ਵੀ ਸਹਾਰਾ ਲੈ ਲੈਣਗੇ। ਸੁਪਰੀਮ ਕੋਰਟ ਦੇ ਜੱਜ ਕੌਣ ਨੇ? ਉਹਨਾਂ ਦੇ ਆਪਣੇ ਹੀ ਬੰਦੇ ਨੇ। ਉੱਥੇ ਵੀ ਜਿਹੜਾ ਕਾਜੀ ਸੀ ਉਹਨਾਂ ਦਾ ਖਾਸ ਬੰਦਾ ਸੀ, ਕਾਜੀ ਸਾਹਿਬ ਫਤਵਾ ਦਿਓ, ਸੁਣਾਓ ਹੁਕਮ ਕੀ ਹੋਣਾ ਚਾਹੀਦਾ ਹੈ। ਤੇ ਉਹਨੇ ਫਤਵਾ ਸੁਣਾਇਆ। ਇਹਨੇ ਹਕੂਮਤ ਦੇ ਨਵਾਬ ਦੀ ਤੋਹੀਨ ਕੀਤੀ ਹੈ ਇਹਨਾਂ ਬੱਚਿਆਂ ਨੇ। ਇਹਨਾਂ ਨੇ ਕਬੋਲ ਬੋਲ ਬੋਲੇ ਨੇ।
ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦੇਣਾ ਚਾਹੀਦਾ ਹੈ। ਤੇ ਸੂਬਾ ਪੁੱਛਦਾ ਵੀ ਕੌਣ ਚਿਣੇਗਾ, ਉੱਥੇ ਨੀਵੀਆਂ ਪੈ ਗਈਆਂ, ਕੋਈ ਚਿੰਨ ਵਾਸਤੇ ਤਿਆਰ ਨਹੀਂ। ਤੇ ਫਿਰ ਜਲਾਦ ਸੱਦੇ, ਜਲਾਦ ਵੀ ਸਿਰ ਨਾ ਚੁੱਕਣ। ਫਿਰ ਦੋ ਜਲਾਦ ਸੀ ਜਿਨ੍ਹਾਂ ਦਾ ਇਸੇ ਕਚਹਿਰੀ ਦੇ ਵਿੱਚ ਮੁਕੱਦਮਾ ਚੱਲਦਾ ਸੀ, ਕਤਲ ਦੇ ਮੁਕੱਦਮੇ ਸਨ। ਕਹਿੰਦੇ ਜੇ ਤੁਸੀਂ ਸਾਡੇ ਮੁਕੱਦਮੇ ਬਰੀ ਕਰ ਦਿਓ ਤਾਂ ਅਸੀਂ ਨੀਹਾਂ ਵਿੱਚ ਚਿਣਾਂਗੇ ਇਹਨੂੰ। ਤੇ ਉਦੋਂ ਪਤਾ ਹੈ ਸਾਹਿਬਜ਼ਾਦਾ ਜੋਰਾਵਰ ਸਿੰਘ ਕਹਿੰਦਾ, ਫਤਿਹ ਸਿਆਂ ਆਪਾਂ ਵਿਆਹੁਣਾ ਲਾੜੀ ਮੌਤ ਨੂੰ, ਤੇ ਵਿਚੋਲਾ ਤਾਂ ਚਾਹੀਦਾ ਹੀ ਸੀ ਨਾ। ਦੇਖੋ ਅਕਾਲ ਪੁਰਖ ਨੇ ਮਿਹਰ ਕੀਤੀ, ਵਿਚੋਲੇ ਵੀ ਦੋ ਮਿਲ ਗਏ, ਦੋ ਜਲਾਦ ਵਿਚੋਲਗੀ ਕਰਨਗੇ ਤੇ ਆਪਣੀ ਮੌਤ ਨਾਲ ਸ਼ਾਦੀ ਹੋਵੇਗੀ। ਹੈਰਾਨ ਸਨ ਇਹ ਗੱਲਾਂ ਸੁਣ ਕੇ ਵੀ ਨੇੜੇ ਤੇੜੇ ਡਰ ਨਹੀਂ ਇਹਨਾਂ ਦੇ। ਕਹਿੰਦੇ ਚੰਗਾ ਚਲੇ ਜਾਓ, ਜਾਓ ਦਾਦੀ ਮਾਂ ਨਾਲ ਅੱਜ ਦੀ ਅੰਤਮ ਰਾਤ ਵੀ ਗੁਜ਼ਾਰਿਆਓ, ਪਰ ਫਿਰ ਵੀ ਸਲਾਹ ਕਰ ਲਿਓ। ਸਾਧ ਸੰਗਤ ਫਿਰ ਗਏ ਠੰਡੇ ਬੁਰਜ ਵਿੱਚ, ਦਾਦੀ ਮਾਂ ਨੂੰ ਫਿਰ ਬੜੇ ਚਾਅ ਦੇ ਨਾਲ ਅੱਜ ਦੀਆਂ ਘਟਨਾਵਾਂ ਦੱਸੀਆਂ, ਸਾਰਾ ਜ਼ਿਕਰ ਕੀਤਾ। ਦਾਦੀ ਬੜੀ ਪ੍ਰਸੰਨ ਹੋਈ, ਪਰ ਮਾਤਾ ਕੱਲ ਨੂੰ ਸਾਨੂੰ ਨੀਹਾਂ 'ਚ ਚਿਣ ਕੇ ਇਹਨਾਂ ਨੇ ਸ਼ਹੀਦ ਕਰ ਦੇਣਾ। ਤੇ ਮਾਤਾ ਪ੍ਰਸੰਨਤਾ ਦੇ ਨਾਲ ਕਹਿੰਦੀ, ਅੰਦਰੋਂ ਮਾਤਾ ਜਾਣਦੀ ਹੈ ਕਿ ਇਹ ਜਿਹੜੇ ਜ਼ੁਲਮ ਦੇ ਕਹਿਰ ਝੁੱਲ ਰਹੇ ਨੇ, ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਵੀ ਸ਼ਹਾਦਤ ਦੇ ਰਾਹ ਤੇ ਤੁਰਨਾ ਪੈ ਰਿਹਾ ਹੈ। ਇਹ ਅਕਾਲ ਪੁਰਖ ਦੀ ਮਰਜ਼ੀ ਹੈ। ਮਨ ਹੀ ਮਨ ਵਿੱਚ ਅਰਦਾਸ ਕਰਦੀ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ ਜਿਵੇਂ ਤੇਰਾ ਭਾਣਾ ਹੈ, ਪਰ ਤੂੰ ਇਹਨਾਂ ਬੱਚਿਆਂ ਨੂੰ ਅਡੋਲ ਰੱਖੀ। ਕਹਿੰਦੀ ਪੁੱਤਰੋ ਜਿਹੜਾ ਕੱਲ ਦਾ ਦਿਨ ਹੈ ਨਾ, ਉਹ ਤੁਹਾਡੇ ਵਾਸਤੇ ਬੜਾ ਮਹਾਨ ਹੈ। ਤੇ ਬੜੀ ਗੌਣਾ ਬੱਚੇ ਸੁਣ ਰਹੇ ਨੇ। ਕਹਿੰਦੇ ਮਾਤਾ ਉਹ ਕਿਵੇਂ? ਕਹਿੰਦੇ ਕੱਲ ਦੇ ਦਿਨ ਨੂੰ ਤੁਹਾਡੀ ਉਹ ਖਿੜਕੀ ਖੁੱਲ ਜਾਵੇਗੀ ਜਿਹੜੀ ਖਿੜਕੀ ਦੇ ਵਿੱਚ ਦੀ ਗੁਜ਼ਰ ਕੇ ਤੁਸੀਂ ਜਿਹੜਾ ਦਾਦਾ ਪਿਤਾਮਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ, ਉਸ ਖਿੜਕੀ ਦੇ ਰਾਹੀਂ ਤੁਸੀਂ ਆਪਣੇ ਦਾਦਾ ਪਿਤਾ ਦੀ ਗੋਦ ਵਿੱਚ ਜਾ ਬੈਠੋਗੇ। ਸਾਧ ਸੰਗਤ ਏਡੀ ਵੱਡੀ ਮਹਾਨ ਸਿੱਖਿਆ ਕੋਈ ਮਾਂ ਦੇ ਸਕਦੀ? ਸਵੇਰ ਚੜਿਆ ਤੇ ਫਿਰ ਸਾਹਿਬਜ਼ਾਦੇ ਤਿਆਰ ਹੋਏ ਨੇ। ਸਾਧ ਸੰਗਤ ਜਾਂਦਿਆਂ ਸਾਰ ਪੁੱਛਿਆ ਗਿਆ, ਦਾਦੀ ਮਾਂ ਨੇ ਤੁਹਾਨੂੰ ਸਮਝਾਇਆ ਕੁਝ? ਕਹਿੰਦੇ ਹਾਂ ਸਮਝਾਇਆ ਹੈ। ਕਹਿੰਦੇ ਕੀ ਸਮਝਾਇਆ ਹੈ? ਕਹਿੰਦੇ ਗੱਲਾਂ ਛੱਡੋ, ਏ ਤੁਹਾਡੀਆਂ ਉਮਰਾਂ ਛੋਟੀਆਂ ਨੇ, ਜਜ਼ਬਾਤੀ ਗੱਲਾਂ ਨਾ ਕਰੋ, ਤੁਹਾਡੀ ਉਮਰ ਲੰਮੀ ਕਰ ਦਿਆਂਗੇ। ਤੇ ਸਾਹਿਬਜ਼ਾਦਾ ਛੋਟਾ ਸੀ ਫਤਿਹ ਸਿੰਘ, ਉਹ ਕਹਿੰਦਾ ਵਜੀਦ ਖਾਂ ਜੇ ਸਾਨੂੰ ਲਿਖ ਕੇ ਦੇ ਦੇਵੇ ਨਾ ਤੂੰ, ਵੀ ਨਾ ਤੂੰ ਮਰੇਗਾ ਤੇ ਨਾ ਅਸੀਂ ਮਰਾਂਗੇ, ਫਿਰ ਅਸੀਂ ਗੱਲ ਕਰ ਸਕਦੇ। ਲਿਖ ਕੇ ਦੇ ਦੇ ਵੀ ਕਦੇ ਨਹੀਂ ਮਰਦੇ। ਕਹਿੰਦਾ ਹੱਦ ਹੋ ਗਈ, ਇਹ ਕਿਵੇਂ ਲਿਖ ਕੇ ਦੇ ਦਿਆਂ? ਹਰ ਕੋਈ ਬੰਦਾ ਜਿਹੜਾ ਆਇਆ ਮਰਦਾ ਹੀ ਹੈ, ਅੱਜ ਨਹੀਂ ਤੇ ਹੋਰ 10 ਸਾਲਾਂ ਨੂੰ, 20 ਨੂੰ, 30 ਨੂੰ, 100 ਸਾਲ ਨੂੰ ਮਰਾਂਗੇ ਹੀ। ਕਹਿੰਦੇ ਫਿਰ ਸਾਡੀ ਜ਼ਿੰਦਗੀ ਦੇ ਨਾਲ ਇੱਕ ਸਿਫਰ ਹੋਰ ਵੀ ਲਾ ਦੇਣਾ। ਅੱਜ 7 ਸਾਲ ਦੀ ਉਮਰ ਹੈ, 70 ਸਾਲ ਦੀ ਉਮਰ ਵੀ ਜਿਉਂ ਲਈਏ, ਉਹ ਤਰਕਾਰ ਹੈ। ਜਿਹੜੀ ਅਣਖ ਦੀ ਜ਼ਿੰਦਗੀ ਹੈ ਉਹ ਕਹਿੰਦੇ 7 ਸਾਲ ਦੀ ਬਹੁਤ ਹੈ। ਬੁਜ਼ਦਲਾਂ ਤੇ ਕੈਰਾਂ ਦੀ ਜ਼ਿੰਦਗੀ 70 ਸਾਲ ਦੀ ਵੀ ਤਰਕਾਰਯੋਗ ਹੋਇਆ ਕਰਦੀ। ਸੂਬਾ ਸਾਹਿਬ ਫਿਰ ਸਾਡੇ ਪਿਤਾ ਨੇ ਤਾਂ ਦੱਸਿਆ ਇਹ ਜ਼ਿੰਦਗੀ ਦੇ ਕੱਪੜੇ ਨੇ, ਇਹ ਉਤਾਰਨੇ ਹੀ ਪੈਂਦੇ ਨੇ। ਇਹ ਰੂਹ ਜਿਸਮ ਵਿੱਚੋਂ ਨਿਕਲ ਜਾਂਦੀ ਹੈ, ਕੱਪੜੇ ਬਦਲ ਲੈਂਦੀ ਹੈ। ਤੁਹਾਡੇ ਧਰਮ ਦਾ ਸਾਨੂੰ ਪਤਾ ਨਹੀਂ ਕਿ ਕੀ ਦੱਸਦਾ ਹੋਵੇ। ਤੇ ਸਾਡੇ ਦਾਦਾ ਗੁਰੂ ਨੇ ਤਾਂ ਇਹ ਕਿਹਾ ਹੈ ਕਿ ਬਹੁਤ ਵਾਰੀ ਬਚਪਨ ਦੇ ਵਿੱਚ ਇਹ ਰੂਹ ਕੱਪੜੇ ਬਦਲ ਜਾਂਦੀ ਹੈ। ਨੈ ਬਾਰਕ ਨੈ ਜੋਬਨ ਨੈ ਬਿਰਦੀ ਕਿਛ ਬੰਦ, ਉਹ ਬੇਰਾ ਨਾ ਬੂਝਿਆ ਜੋ ਆਏ ਪਰ ਜਮ ਫੰਦ। ਕਹਿੰਦੇ ਪਤਾ ਨਹੀਂ ਬਜ਼ੁਰਗ ਹੋ ਕੇ ਮਰਨਾ, ਜਵਾਨੀ ਵਿੱਚ ਚਲੇ ਜਾਣਾ ਹੈ, ਪਰ ਸਾਨੂੰ ਖੁਸ਼ੀ ਹੈ ਕਿ ਅਸੀਂ ਸੁਰਖਰੂ ਹੋ ਕੇ 7, 8 ਤੇ 8 ਸਾਲ ਦੀ ਉਮਰ ਵਿੱਚ ਹੀ ਜਾ ਰਹੇ ਹਾਂ। ਸਾਨੂੰ ਕੋਈ ਡਰ ਨਹੀਂ, ਕੋਈ ਝੋਰਾ ਨਹੀਂ। ਪਰ ਤੂੰ ਯਾਦ ਰੱਖੀ ਜਿਹੜੇ ਤੇਰੇ ਕੀਤੇ ਹੋਏ ਪਾਪ ਨੇ, ਜ਼ੁਲਮ ਨੇ, ਇਹਨਾਂ ਦਾ ਫਲ ਭੁਗਤਾਉਣ ਵਾਸਤੇ ਕਲਗੀਧਰ ਪਾਤਸ਼ਾਹ ਦਾ ਪੈਦਾ ਕੀਤਾ ਖਾਲਸਾ ਇੱਕ ਦਿਨ ਜ਼ਰੂਰ ਇੱਥੇ ਆਏਗਾ। ਸਾਧ ਸੰਗਤ ਜੀ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਜਦੋਂ ਬੇਹੋਸ਼ ਹੋ ਕੇ ਡਿੱਗੇ ਧਰਤੀ ਤੋਂ ਜਦੋਂ ਕੰਧਿਆਂ ਤੱਕ ਕੰਧ ਗਈ ਤੇ ਉਦੋਂ ਕੰਧ ਡਿੱਗ ਪਈ, ਸਾਹਿਬਜ਼ਾਦੇ ਵੀ ਡਿੱਗ ਪਏ ਤੇ ਉੱਥੇ ਕਤਲ ਕਰ ਦਿੱਤੇ ਗਏ। ਸਾਰੇ ਦੁਨੀਆ ਦੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇੰਨੇ ਮਾਸੂਮ ਬੱਚਿਆਂ ਦਾ ਇੰਨਾ ਕਿੰਨਾ ਕੀਮਤੀ ਖੂਨ ਹੋਵੇਗਾ ਕਿ ਉਸ ਵਜੀਦ ਖਾਨ ਦੀ ਕਬਰ ਤੇ ਕੋਈ ਪੱਥਰ ਮਾਰਨ ਵੀ ਨਹੀਂ ਜਾਂਦਾ, ਝਾੜੂ ਤਾਂ ਕੀ ਮਾਰਨਾ। ਤੇ ਸਾਹਿਬਜ਼ਾਦਿਆਂ ਦੀਆਂ ਉਹਨਾਂ ਦੀਵਾਰਾਂ ਨੂੰ ਅੱਜ ਦਾ ਦਿਨ ਲੱਖਾਂ ਨਹੀਂ ਕਈ ਲੱਖ ਗੁਰੂ ਕੇ ਸ਼ਰਧਾਲੂ ਸਿੱਖ ਲਾਈਨਾਂ 'ਚ ਖੜ ਜਾਂਦੇ ਸਵੇਰ ਤੋਂ, ਸ਼ਾਮਾਂ ਪੈ ਜਾਂਦੀਆਂ ਨੇ
ਕਿ ਇੱਕ ਵਾਰੀ ਸਾਡਾ ਆ ਮਸਤਕ ਇਹਨਾਂ ਚਰਨਾਂ ਤੇ ਲੱਗ ਜਾਵੇ ਤੇ ਅਸੀਂ ਧੰਨ ਹੋ ਜਾਈਏ। ਲਾਈਨਾਂ ਲੱਗਦੀਆਂ ਨੇ, ਲਾਈਨਾਂ ਲੱਗ ਕੇ ਮੱਥਾ ਟਿਕਦਾ ਹੈ। ਇਹ ਫਰਕ ਹੈ, ਜਿਹੜੇ ਅਣਖ ਦੀ ਜ਼ਿੰਦਗੀ ਜਿਉਂਦੇ ਆ ਤੇ ਜਿਹੜੇ ਬੁਝਦਿਲਾਂ ਦੀ ਜ਼ਿੰਦਗੀ ਜਿਉਂਦੇ, ਉਹਨਾਂ ਦਾ ਇਹ ਫਰਕ ਹੋਇਆ ਕਰਦਾ ਹੈ। ਸਾਧ ਸੰਗਤ ਜੀ, ਜੋ ਕਿਹਾ ਸੀ ਬੱਚਿਆਂ ਨੇ, 7-8 ਸਾਲ ਦੇ ਵਿੱਚ ਹੀ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਕਲਗੀਧਰ ਪਾਤਸ਼ਾਹ ਦਾ ਥਾਪੜਾ ਲੈ ਕੇ ਇਸ ਧਰਤੀ ਤੇ ਪਹੁੰਚਿਆ ਸੀ। ਮੈਂ ਸਮਾਪਤੀ ਕਰਾਂ। ਸਾਧ ਸੰਗਤ, ਉਹ ਬੰਦਾ ਸਿੰਘ ਬਹਾਦਰ ਜਿਹਨੇ ਇਧਰੋਂ ਸੰਧੌਰਾ, ਬਨੂੜ ਆਦਿ ਦੇ ਕਿਲੇ ਫਤਿਹ ਕੀਤੇ, ਖੀਰ ਚੱਪੜ ਚਿੜੀ ਪਹੁੰਚਿਆ। ਇੱਥੇ ਬਹੁਤ ਵੱਡਾ ਛੱਪੜ ਸੀ ਤੇ ਬਹੁਤ ਵੱਡੀ ਦਰਖਤਾਂ ਦੀ ਝਿੜੀ ਸੀ। ਇਹ ਅਸਲ ਵਿੱਚ ਛੱਪੜ ਤੇ ਝੜੀ ਦੋ ਗੱਲਾਂ ਜੁੜ ਕੇ ਚੱਪੜ ਝਿੜੀ ਬਣ ਗਿਆ ਹੌਲੀ ਹੌਲੀ। ਇਹ ਚੱਪੜ ਝਿੜੀ ਦੇ ਮੈਦਾਨ ਵਿੱਚ ਪਹੁੰਚੇ। ਇੱਥੇ ਗੁਰੂ ਕੇ ਖਾਲਸੇ ਨੇ ਮਤਾ ਪਕਾਇਆ ਕਿ ਆਪਾਂ ਚੁੱਪ ਚਪੀਤੇ ਚੜਾਈ ਨਹੀਂ ਕਰਨੀ। ਵਜੀਦ ਖਾਨ ਨੂੰ ਚਿੱਠੀ ਲਿਖੋ। ਬੰਦਾ ਸਿੰਘ ਨੇ ਚਿੱਠੀ ਲਿਖੀ, ਵਜੀਦ ਖਾਨ, ਕਲਗੀਧਰ ਪਾਤਸ਼ਾਹ ਦਾ ਖਾਲਸਾ ਤੇਰੇ ਤੇ ਚੜਾਈ ਕਰਨ ਵਾਲਾ ਹੈ, ਤੇਰੀ ਸਰਹੰਦ ਦੀ ਇੱਟ ਨੈਟ ਖੜਕਾ ਦੇਵੇਗਾ, ਤੂੰ ਯਾਦ ਰੱਖੀ, ਤੇਰੇ ਕੀਤੇ ਹੋਏ ਜ਼ੁਲਮ ਦਾ ਫਲ ਭੁਗਤਾਵਾਂਗੇ। ਵਜੀਦ ਖਾਨ ਨੂੰ ਉਹ ਦਿਨ ਯਾਦ ਆਏ ਜਿਹੜੇ ਜਫਰਨਾਮੇ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਲਿਖੇ ਸੀ ਔਰੰਗਜ਼ੇਬ ਨੂੰ ਕਿ ਔਰੰਗਜ਼ੇਬ, ਠੀਕ ਹੈ, ਤੂੰ 7 ਤੇ 9 ਸਾਲ ਦੇ ਮੇਰੇ ਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ, ਤੂੰ ਭੁੱਖਣ ਭਾਣੇ 40 ਸਿੰਘਾਂ ਤੇ 10 ਲੱਖ ਫੌਜਾਂ ਭੇਜੀਆਂ, ਪਰ ਉਹਦੇ ਵੀ ਸਨਮੁਖ ਹੋ ਕੇ ਯੁੱਧ ਨਹੀਂ ਲੜ ਸਕੇ। ਤੁਸੀਂ ਕੁਰਾਨ ਦੀਆਂ ਕਸਮਾਂ ਖਾ ਕੇ ਮੁੱਕਰ ਗਏ, ਤੁਸੀਂ ਨਿਮਕ ਹਰਾਣੀ ਬਣੇ, ਧਰਮ ਨਹੀਂ ਪਗਾ ਚੁੱਕੇ, ਧਰਕਾਰ ਆ ਤੁਹਾਡੀ ਜ਼ਿੰਦਗੀ ਨੂੰ। ਪਰ ਯਾਦ ਰੱਖਿਓ, ਤੁਸੀਂ ਮੇਰੇ 4 ਪੁੱਤਰਾਂ ਨੂੰ ਤੇ ਖਤਮ ਕਰ ਲਿਆ, ਪਰ ਰਹਿੰਦੀ ਦੁਨੀਆ ਤੱਕ ਮੇਰੇ ਖਾਲਸਾ ਪੁੱਤਰ ਨੂੰ ਖਤਮ ਨਹੀਂ ਕਰ ਸਕੋਗੇ। ਤੇ ਫਿਰ ਇਹ ਦਿਨ ਯਾਦ ਆਏ ਸੂਬੇ ਨੂੰ ਕਿ ਮੈਂ ਤੇ ਜਿੱਤ ਦੇ ਝੰਡੇ ਝਲਾਉਂਦਾ ਸੀ। ਮੈਂ ਤਾਂ ਹਲੇ ਮੁਬਾਰਕਾਂ ਲੈਂਦਾ ਨਹੀਂ ਥੱਕਿਆ ਤੇ ਖਾਲਸਾ ਚੜ ਕੇ ਵੀ ਆ ਗਿਆ। ਆਪਣੀਆਂ ਫੌਜਾਂ ਤਿਆਰ ਕੀਤੀਆਂ। ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਇਹੋ ਜਿਹੇ ਯੋਧੇ ਸੀ ਵਿੱਚ। ਜੇ ਇੱਥੇ 6500 ਸਿੱਖਾਂ ਦਾ ਸਾਧ ਸੰਗਤ ਜੀ ਜੰਗ ਦੇ ਵਿੱਚ ਸ਼ਹਾਦਤਾਂ ਹੋਈਆਂ ਫਤਿਹਗੜ੍ਹ ਸਾਹਿਬ। ਤੇ ਫਿਰ ਮੁਗਲੀਆ ਫੌਜ ਦਾ ਸਫਾਇਆ ਕਰਕੇ ਇਸ ਵਜੀਦ ਖਾਨ ਨੂੰ ਫੜਿਆ, ਕਤਲ ਕੀਤਾ। ਇਹਨੂੰ ਵੜਕਿਆਂ ਦੇ ਮਗਰ ਪੰਜਾਲੀਆਂ ਪਾ ਕੇ ਬੰਨ ਕੇ ਸਾਰੀ ਸਰਹੰਦ ਦੇ ਵਿੱਚ ਧੂ ਕੇ ਗੇੜੇ ਦਿੱਤੇ, ਸਰਹੰਦ ਦੀ ਇੱਟ ਨੈਟ ਖੜਕਾ ਦਿੱਤੀ। ਤੇ ਫਿਰ ਪਤਾ ਲੱਗਾ ਸੀ ਇੱਥੇ ਜਦੋਂ ਜਿੱਤ ਦੇ ਝੰਡੇ ਚਲਾ ਕੇ ਖਾਲਸਾ ਰਾਜ ਕਾਇਮ ਕਰ ਦਿੱਤਾ ਸੀ। ਬਾਬਾ ਵਿਨੋਦ ਸਿੰਘ ਨੂੰ ਪਹਿਲਾ ਬਾਦਸ਼ਾਹ ਥਾਪਿਆ ਬਾਬਾ ਬੰਦਾ ਸਿੰਘ ਬਹਾਦਰ ਨੇ। ਜਿੰਨੇ ਹਿੰਦੁਸਤਾਨ ਦੇ ਵਿੱਚ ਮਜਾਰੇ ਸਨ, ਹਿੰਦ ਜਿਹੜੀ ਉਦੋਂ ਹਿੰਦ ਉਰਲੇ ਪਾਸੇ ਸੀ, ਜਿੰਨੇ ਮਜਾਰੇ ਸੀ ਖੇਤੀ ਕਰਦੇ ਸੀ, ਸਭ ਨੂੰ ਮਾਲਕ ਬਣਾ ਦਿੱਤਾ ਕਿ ਤੁਸੀਂ ਮਜਾਰੇ ਨਹੀਂ, ਅੱਜ ਤੋਂ ਇਹ ਖੇਤੀਆਂ ਤੁਹਾਡੇ ਨਾਮ ਤੇ ਰਜਿਸਟਰਡ ਹੋਣਗੀਆਂ। ਛਿੱਕਾ ਆਪਣਾ ਚਲਾਇਆ। ਉਦੋਂ ਤੋਂ ਆਪਾਂ ਜਿੰਨੇ ਜ਼ਿਮੀਂਦਾਰ ਹਨ, ਜ਼ਮੀਨ ਦੇ ਕਾਸ਼ਤਕਾਰ ਮਾਲਕ ਬਣੇ। ਆਪਾਂ ਜਿਹੜੀ ਆਪਣੀ ਮਲਕੀਅਤ ਖੋਣ ਵਾਸਤੇ ਹਕੂਮਤ ਤੁਰੀਆਂ ਨਾ, ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਹੈ, ਜਿਨ੍ਹਾਂ ਨੇ ਆਪਾਂ ਨੂੰ ਮਾਲਕ ਬਣਾਇਆ ਸੀ। ਸਾਧ ਸੰਗਤ ਜੀ, ਇਹੋ ਜਿਹੇ ਦਿਹਾੜੇ ਜੋ ਸ਼ਹਾਦਤਾਂ ਦੇ ਭਰੇ ਹੋਏ ਨੇ, ਇਹ ਖਾਲਸਾ ਪੰਥ ਦਾ ਇਤਿਹਾਸ ਹੈ। ਅੱਜ ਤੁਸੀਂ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਵੀ ਬਾਰਡਰ ਤੇ ਜਾਓ, ਭਾਵੇਂ ਉਹ ਯੂਪੀ ਵਾਲੇ ਪਾਸੇ ਹੋਵੇ, ਭਾਵੇਂ ਉਹ ਬਠਿੰਡੇ ਵਾਲੇ ਪਾਸੇ ਹੋਵੇ, ਆ ਹੋਵੇ, ਬੜੀ ਸ਼ਾਂਤੀ ਦੇ ਨਾਲ, ਬੜੀ ਮਰਜ਼ਾਦਾ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਕਹਿਣੇ ਦੇ ਵਿੱਚ ਬੜੇ ਤੁਸੀਂ ਨਿਡਰ ਬੈਠੇ ਹੋ। ਗੁਰੂ ਖਾਲਸਾ ਨੂੰ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਮਯਾਬੀਆਂ ਬਖਸ਼ੀਆਂ ਨੇ ਨਾ, ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਫਤਿਹ ਬਖਸ਼ਣੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਦੋਂ ਅਸੀਂ ਜਿਵੇਂ ਦਿਨ ਬੀਤਦੇ ਨੇ, ਹਕੂਮਤਾਂ ਮੀਟਿੰਗਾਂ ਕਰਦੀਆਂ ਨੇ ਸਾਡੇ ਆਗੂਆਂ ਨਾਲ, ਤੇ ਸਾਨੂੰ ਇੱਕ ਪ੍ਰਸੰਨਤਾ ਹੁੰਦੀ। ਕਹਿੰਦੇ ਜੀ ਤੁਸੀਂ ਇੰਨੇ ਬੰਦੇ ਨਾ ਆਓ, ਤੁਸੀਂ ਤੇ 31-32 ਤੋਂ ਵੱਧ ਆ ਜਾਂਦੇ ਹੋ। ਕਹਿੰਦੇ ਵੀ ਕੋਈ ਭਾਰ ਪੈਂਦਾ, ਤੁਹਾਨੂੰ ਕੋਈ ਰੋਕਦਾ ਹੈ ਫੈਸਲਾ ਕਰਨ ਤੋਂ? ਕਹਿੰਦੇ ਨੇ ਜੀ ਤੁਸੀਂ 2 ਜਾਂ 3 ਬੰਦੇ ਆ ਜਾਓ। ਪੜਨ ਦੀ ਨੀਤੀ ਦੇਖੋ। ਇੱਥੇ ਮੈਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਬਚਨ ਯਾਦ ਆਉਂਦੇ ਨੇ। ਉਹ ਕਹਿੰਦੇ ਸੀ ਹਕੂਮਤ ਨੂੰ ਕਿ ਜੋ ਫੈਸਲਾ ਕਰਨਾ ਹੈ ਤੁਸੀਂ ਆ ਜਾਓ ਦਰਬਾਰ ਸਾਹਿਬ, ਤੁਸੀਂ ਇੱਥੇ ਆ ਕੇ ਫੈਸਲਾ ਕਰੋ, ਸੁਣਾਓ, ਸੰਗਤ ਦੇ ਵਿੱਚ ਪਤਾ ਲੱਗੇ ਤੁਸੀਂ ਕੀ ਫੈਸਲਾ ਕਰਨਾ ਚਾਹੁੰਦੇ ਹੋ। ਉਸੇ ਤਰ੍ਹਾਂ ਹੀ ਅੱਜ 31 ਜਥੇਬੰਦੀਆਂ ਦੇ ਆਗੂਆਂ ਨੇ ਖੁੱਲ੍ਹੇਆਮ ਕਿਹਾ ਸਾਡੇ 31 ਦੇ ਵਿੱਚ ਫੈਸਲਾ ਕਰੋ। ਉਹ ਫੈਸਲਾ ਅਸੀਂ ਸੰਗਤ ਨੂੰ ਸੁਣਾਈਏ। ਤੇ ਫੈਸਲਾ ਵੀ ਕੀ ਹੈ, ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਆ ਕਾਲੇ ਕਾਨੂੰਨ ਵਾਪਸ ਲਓ ਤੇ ਅਸੀਂ ਵੀ ਆਪਦੇ ਆਰਾਮ ਨਾਲ ਘਰ ਨੂੰ ਜਾਈਏ ਤੇ ਤੁਸੀਂ ਵੀ ਆਪਦੀ ਜ਼ਿੰਦਗੀ ਬਤੀਤ ਕਰੋ।
ਅਸੀਂ ਅੱਜ ਕਹਿਣਾ ਚਾਹੁੰਦੇ ਹਾਂ ਸਟੇਜ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਤੂੰ ਜੋ ਗਰਾਊਂਡ ਲੈਵਲ ਤੇ ਵਾਪਰ ਰਿਹਾ ਹੈ ਉਹਨਾਂ ਗੱਲਾਂ ਵੱਲ ਧਿਆਨ ਦੇ। ਤੇਰੇ ਚਾਪਲੂਸ ਤਾਂ ਉਹੋ ਜਿਹੇ ਹੋਣਗੇ ਜਿਵੇਂ ਸੁੱਚਾਨੰਦ ਵਰਗੇ ਸੀਗੇ, ਜਿਹੜੇ ਵਜੀਦ ਖਾਨ ਨੂੰ ਪੁੱਠੇ ਪਾਸੇ ਨੂੰ ਤੋਰਨ ਵਾਲੇ ਬਥੇਰੇ ਚਾਪਲੂਸ ਸਲਾਹਕਾਰ ਹੁੰਦੇ ਨੇ, ਉਹਨਾਂ ਦੀ ਗੱਲ ਛੱਡ ਦੇ। ਤੂੰ ਆ ਕੇ ਸਚਾਈ ਨੂੰ ਸਾਹਮਣੇ ਰੱਖ। ਜਿਹੜੀ ਕਿਸਾਨੀ ਹੈ, ਜਿਹੜਾ ਖੇਤੀ ਦਾ ਕਿੱਤਾ ਹੈ, ਇਹ ਭਾਰਤ ਭਰ ਦੀ ਸਾਧ ਸੰਗਤ ਸਾਰੇ ਬਿਜ਼ਨਸ ਦਾ, ਸਾਰੇ ਵਪਾਰ ਦਾ ਧੁਰਾ ਹੈ। ਖੇਤੀ ਨਾ ਰਹੀ ਤਾਂ ਇਹ ਹਿੰਦੁਸਤਾਨ ਦਾ ਧੁਰਾ ਟੁੱਟ ਜਾਵੇਗਾ। ਇਸ ਵਾਸਤੇ ਤੈਨੂੰ ਬਿਨਾਂ ਦੇਰੀ ਕੀਤਿਆਂ ਜਾਂ ਤਾਂ ਕਹੋ ਕਿ ਤੋੜ ਫੋੜ ਕਰ ਦਿੱਤੀ, ਕੋਈ ਨੁਕਸਾਨ ਕਰ ਦਿੱਤਾ। ਜਦੋਂ ਕਹਿੰਦੇ ਆ ਕਿ ਜਿਹੜੇ ਤੁਸੀਂ ਬਿੱਲ ਬਣਾਏ ਆ ਇਹ ਖੇਤੀ ਲਈ ਖਤਰਾ ਹੈ, ਇਹ ਕਿਸਾਨੀ ਲਈ ਖਤਰਾ, ਹੋਰ ਤਾਂ ਕੁਝ ਨਹੀਂ ਕਹਿੰਦੇ। ਤੇ ਲੋਕ ਰਾਜ ਕਾਹਦਾ ਹੈ? ਲੋਕ ਰਾਜ ਹੁੰਦਾ ਕੀ ਹੈ? ਜਿਹੜਾ ਲੋਕਾਂ ਦੀ ਰਾਏ ਦੇ ਨਾਲ ਰਾਜ ਹੋਵੇ। ਲੋਕ ਸੜਕਾਂ ਤੇ ਪਏ ਨੇ, ਬਜ਼ੁਰਗ ਮਤਾਵਾਂ ਪਈਆਂ ਨੇ ਠੰਡ ਵਿੱਚ, ਤੇ ਦੇਸ਼ ਦਾ ਰਾਜਾ ਕਹਿੰਦਾ ਜੋ ਮੈਂ ਕਰਤਾ ਉਹੀ ਠੀਕ ਹੈ। ਇਹ ਲੋਕ ਰਾਜ ਹੈ? ਨਹੀਂ ਭਾਈ, ਅਸੀਂ ਤੇ ਫਿਰ ਇੱਥੇ ਇਹ ਬਚਨ ਦੁਹਰਾਉਣਾ ਚਾਹੁੰਦੇ ਆ, ਹਕੀਕਤ ਨੂੰ ਸਮਝ ਕੇ ਜਲਦੀ ਤੋਂ ਜਲਦੀ ਜਿੰਨਾ ਇਹ ਫੈਸਲਾ ਕਰ ਲਏਗਾ ਉਨਾ ਹੀ ਤੇਰੇ ਵੀ ਭਲੇ ਵਿੱਚ ਹੈ ਤੇ ਦੇਸ਼ ਦੀ ਅਮਨ ਸ਼ਾਂਤੀ ਦੇ ਵੀ ਭਲੇ ਵਿੱਚ ਹੈ, ਦੇਸ਼ ਦੇ ਭਾਈਚਾਰੇ ਵਿੱਚ ਵੀ ਭਲੇ ਵਿੱਚ ਹੈ। ਆ ਦੇਖ ਕਿਸ ਤਰ੍ਹਾਂ ਦਾ ਭਾਈਚਾਰਾ ਬਣਿਆ, ਕਦੇ ਬਣਿਆ ਦੁਨੀਆ 'ਚ ਇਹੋ ਜਿਹਾ। ਇੱਥੇ ਹਰ ਵਰਗ ਦੇ ਲੋਕ, ਹਿੰਦੂ, ਸਿੱਖ, ਮੁਸਲਮਾਨ, ਈਸਾਈ, ਜਿਨ੍ਹਾਂ ਕੋਲ ਖੇਤੀ ਵੀ ਨਹੀਂ। ਸਾਨੂੰ ਕੱਲ ਇੱਕ ਮਾਸਟਰ ਮਿਲਿਆ, ਕਹਿੰਦਾ ਜੀ ਮੇਰੇ ਕੋਲ ਤਾਂ ਕੋਈ ਜ਼ਮੀਨ ਨਹੀਂ ਹੈ, ਤੇ ਨਾਲ ਦਾ ਮਾਸਟਰ ਕਹਿੰਦਾ ਜ਼ਮੀਨ ਨਹੀਂ ਜ਼ਮੀਰ ਤਾਂ ਹੈ ਨਾ। ਜਿਨ੍ਹਾਂ ਲੋਕਾਂ ਕੋਲ ਜ਼ਮੀਨ ਨਹੀਂ ਪਰ ਜਾਗਦੀਆਂ ਜ਼ਮੀਰਾਂ ਵਾਲੇ ਇਹਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਇਸ ਸੰਘਰਸ਼ ਦੇ ਵਿੱਚ ਦੀਵਾਰ ਬਣ ਕੇ ਖੜੇ ਨੇ। ਇਸ ਕਰਕੇ ਕੱਲਾ ਕਿਸਾਨ ਨਹੀਂ, ਅੱਜ ਤਾਂ ਸਮੁੱਚਾ ਦੇਸ਼ ਤੈਨੂੰ ਇੱਕ ਵੰਗਾਰ ਪਾਉਂਦਾ ਹੈ ਕਿ ਤੂੰ ਸਚਾਈ ਨੂੰ ਸਮਝ ਕੇ ਜਿੰਨੀ ਜਲਦੀ ਫੈਸਲਾ ਕਰ ਲਏਗਾ। ਇਹਨੇ ਬਹੁਤ ਲੱਖਾਂ ਦੇ ਕਰੋੜਾਂ ਦੇ ਇਕੱਠਾਂ ਵਿੱਚੋਂ ਕਈ ਵਾਰ ਇਹੋ ਜਿਹਾ ਕੁਝ ਹੋਰ ਗੁਜ਼ਰਦਾ ਹੈ ਜਿਹੜਾ ਫਿਰ ਸਾਹਮਣਾ ਔਖਾ ਹੋ ਜਾਂਦਾ। ਇਸ ਵਾਸਤੇ ਉਹ ਸਥਿਤੀਆਂ ਆਉਣ ਤੋਂ ਪਹਿਲਾਂ ਤੁਹਾਨੂੰ ਇਹ ਤੁਰੰਤ ਫੈਸਲਾ ਕਰ ਦੇਣਾ ਚਾਹੀਦਾ ਹੈ। ਰਾਤਾਂ ਨੂੰ ਇਹ 31 ਬੰਦੇ ਸੌਂਦੇ ਨਹੀਂ, ਰਾਤਾਂ ਨੂੰ ਟਰਾਲੀਆਂ 'ਚ ਜਾ ਕੇ ਜਿਹੜੇ ਜਾਮ ਲੱਗ ਜਾਂਦੇ ਆ ਉਹਨਾਂ ਵਿੱਚ ਜਾ ਕੇ ਸਮਝਾਉਂਦੇ ਨੇ ਕਿ ਵੀਰੋ ਆਪਾਂ ਸ਼ਾਂਤਮਈ ਰਹਿਣਾ ਹੈ, ਰਸਤਾ ਨਹੀਂ ਰੋਕਣਾ, ਕਿਸੇ ਤਰ੍ਹਾਂ ਦੀ ਰੁਕਾਵਟ ਨਾ ਹੋਵੇ, ਖਲਬਲੀ ਨਾ ਮਚੇ, ਇਹੋ ਜਿਹੇ ਗੀਤ ਨਾ ਗਾਓ, ਭੰਗੜੇ ਨਾ ਪਾਓ, ਤੁਸੀਂ ਇੱਥੇ ਨਸ਼ਿਆਂ ਦਾ ਵੀ ਸੇਵਨ ਨਾ ਕਰੋ। ਆਪਾਂ ਇੱਥੇ ਕੋਈ ਪਿਕਨਿਕ ਮਨਾਉਣ ਆਏ ਆ? ਆਪਾਂ ਤਾਂ ਇੱਕ ਸੱਤਿਆਗ੍ਰਹਿ ਦੇ ਵਿੱਚ ਆਏ ਆ। ਇਹਨੂੰ ਗੰਭੀਰਤਾ ਨਾਲ ਲਓ ਔਰ ਜਿੰਨਾ ਮਰਜ਼ੀ ਲੰਬਾ ਚੱਲ ਜਾਏ। ਸਾਧ ਸੰਗਤ ਦੇਸ਼ ਦੀਆਂ ਔਰ ਵਿਦੇਸ਼ਾਂ ਦੀਆਂ ਸੰਗਤਾਂ, ਕੱਲ ਹੀ ਮੈਨੂੰ ਕੈਨੇਡਾ ਤੋਂ ਫੋਨ ਆਇਆ, ਕਹਿੰਦੇ ਸਿੰਘ ਸਾਹਿਬ ਜੀ ਅਸੀਂ ਵੈਸੇ ਤਾਂ 2 ਤਰੀਕ ਤੋਂ ਇੱਥੇ ਮੈਡੀਕਲ ਕੈਂਪ ਲਾਇਆ ਹੋਇਆ ਹੈ, ਪਰ ਸਾਡੇ ਵੱਲੋਂ ਜਿਹੜੀ ਖਾਲਸਾ ਸੇਵਾ ਸੁਸਾਇਟੀ ਟੋਰਾਂਟੋ ਦੀ ਹੈ, ਕਹਿੰਦੇ ਕਿਸਾਨ ਜਥੇਬੰਦੀਆਂ ਨੂੰ ਕਿਹੋ ਕਿ ਸਾਨੂੰ ਜੋ ਮਰਜ਼ੀ ਸੇਵਾ ਲਾ ਦਿਓ। ਉਹ ਤਾਂ ਇੱਥੇ ਨਹੀਂ, ਸਾਧ ਸੰਗਤ ਤੋਂ ਤਾਂ 700 ਹਜ਼ਾਰਾਂ ਮੀਲ ਦੂਰ ਬੈਠੇ ਨੇ, ਉਹਨਾਂ ਦੀ ਹਮਦਰਦੀ ਕਿਵੇਂ ਜੁੜ ਗਈ? ਇਹ ਤਾਂ ਇੱਕ ਨੇ ਮੈਨੂੰ ਕਿਹਾ ਨਾ, ਬਾਕੀ ਆ ਸ਼ਰੇਆਮ ਤੁਹਾਡੇ ਕੋਲੇ ਸਾਧੂ ਮਹਾਤਮਾ, ਸੰਪਰਦਾਵਾਂ, ਸਿੰਘ ਸਭਾਵਾਂ, ਵੱਡੀਆਂ ਹੋਰ ਸੇਵਾ ਚੈਰਿਟੀਆਂ ਸਾਡੇ ਕੋਲ ਬੈਠੀਆਂ ਨੇ। ਕਿਉਂ ਜੁੜ ਗਈਆਂ? ਕਿਉਂਕਿ ਕਿਸਾਨ ਭਗਤ ਹੁੰਦਾ, ਭਗਤ ਰੱਬ ਦਾ। ਇਹਦੀ ਕਮਾਈ ਵਿੱਚ ਕੋਈ ਮਿਲਾਵਟ ਨਹੀਂ, ਕੋਈ ਹੇਰਾ ਫੇਰੀ ਨਹੀਂ। 10-9 ਦੀ ਕਿਰਤ ਕਰਨੀ ਹੈ, ਉਹ ਵੀ ਪੋਹ ਮਾਘ ਦੀਆਂ ਰਾਤਾਂ ਵਿੱਚ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫੇਰ ਕਿਰਤ ਕਰਨੀ ਹੈ। ਇਹਨਾਂ ਦੀ ਕਮਾਈ ਕਿੰਨੀ ਤੇ ਸੱਚੀ ਸੁੱਚੀ ਹੈ। ਜੋ ਮਹਾਰਾਜ ਨੇ ਨਾਰਾ ਦਿੱਤਾ, ਨਾਮ ਜਪੋ ਕਿਰਤ ਕਰੋ, ਕੌਣ ਪੁਗਾਰਿਆ ਉਹਨੂੰ? ਕਿਸਾਨ ਪੁਗਾਰਿਆ ਕਿਸਾਨ। ਇਸ ਵਾਸਤੇ ਇਹਦੀ ਭਗਤੀ ਵਿੱਚ ਗੁਰੂ ਨਾਨਕ ਵਰਤ ਰਿਹਾ ਹੈ। ਤੁਸੀਂ ਵੇਖ ਰਹੇ ਹੋ ਕਿ ਇੰਨੇ ਵੱਡੇ ਇਕੱਠਾਂ ਵਿੱਚ ਇਸ ਸਟੇਜ ਤੋਂ ਕਦੇ ਇਹ ਐਲਾਨ ਹੋਇਆ ਕਿ ਫਲਾਣੇ ਥਾਂ ਤੇ ਗੱਡੀ ਪਾਸੇ ਕਰੋ, ਫਲਾਣੇ ਥਾਂ ਤੇ ਜਾਮ ਲੱਗ ਗਿਆ? ਇਹ ਸਾਰਾ ਕੁਝ ਕੌਣ ਕਰ ਰਿਹਾ ਹੈ? ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਕਰ ਰਹੇ ਨੇ। ਇਸ ਕਰਕੇ ਇਹ ਅਗਵਾਈ ਵੀ ਗੁਰੂ ਸਾਹਿਬ ਦੀ ਹੈ। ਤੁਹਾਨੂੰ ਇੱਥੇ ਇੱਕ ਦਿਨ ਕੀ ਸਾਲਾਂ ਮੱਧੀ ਵੀ ਨਾ ਕਿਤੇ ਲੰਗਰ ਦੀ ਤੋਟ ਆਉਣੀ ਹੈ, ਨਾ ਤੁਹਾਨੂੰ ਸੰਗਤਾਂ ਦੀ ਤੋਟ ਆਉਣੀ ਹੈ। ਆ ਫਤਿਹਗੜ੍ਹ ਸਾਹਿਬ ਦਾ ਮੇਲਾ ਹਲੇ ਅੱਜ ਲੰਘ ਰਿਹਾ ਹੈ, ਪਰ ਸੰਗਤਾਂ ਦੀ ਵਾਪਸੀ ਸੈਂਕੜਿਆਂ ਦੀ ਗਿਣਤੀ ਵਿੱਚ ਟਰਾਲੀਆਂ ਜਿਹੜੀਆਂ ਵਾਪਸ ਆ ਰਹੀਆਂ। 1000 ਟਰਾਲੀ ਕੱਲ ਯੂਪੀ ਤੋਂ ਆਈ, ਟਰੈਕਟਰ ਟਰਾਲੀ, ਹੋਰ ਬੱਸਾਂ ਕਾਰਾਂ ਤਾਂ ਬੇਅੰਤੀ ਸਨ।
ਕਿੱਥੇ ਰੋਕਾਂਗੇ ਇਹਨੇ ਕਾਫਲੇ ਨੂੰ। ਸਾਧ ਸੰਗਤ ਜੀ, ਇਸ ਕਰਕੇ ਮੈਂ ਫਿਰ ਦੁਬਾਰਾ ਇਹ ਬੇਨਤੀ ਕਰਕੇ ਫਤਿਹ ਬੁਲਾਉਣਾ ਹੈ ਕਿ ਹਕੀਕਤ ਨੂੰ ਸਮਝ ਕੇ ਜਲਦੀ ਤੋਂ ਜਲਦੀ ਇਹ ਫੈਸਲਾ ਕਾਲੇ ਕਾਨੂੰਨ ਵਾਪਸ ਲੈਣ ਦਾ ਤੁਰੰਤ ਕਰਕੇ ਸ਼ਾਂਤੀ ਦੇ ਨਾਲ ਇਸ ਮਾਹੌਲ ਨੂੰ ਸ਼ਾਂਤ ਕਰ ਦੇਣਾ ਚਾਹੀਦਾ ਹੈ। ਇਹੀ ਦੇਸ਼ ਦੇ ਹਿੱਤ ਵਿੱਚ ਹੋਵੇਗਾ, ਇਹੀ ਕਿਸਾਨਾਂ ਦੇ ਹਿੱਤ ਵਿੱਚ ਹੋਵੇਗਾ। ਅੱਜ ਦੁਨੀਆ ਦੀਆਂ ਨਜ਼ਰਾਂ ਇਸ ਸੰਘਰਸ਼ ਨੂੰ ਕਹਿ ਰਹੀਆਂ ਕਿ ਇਹ ਕਿਸਾਨ ਜਿਨ੍ਹਾਂ ਨੂੰ ਅਨਪੜ੍ਹ ਕਹਿੰਦੇ ਸੀ ਇਹ ਕਿਸਾਨ ਇੱਕ ਇਹੋ ਜਿਹਾ ਅੰਦੋਲਨ ਵਿਖਾ ਰਹੇ ਨੇ ਜਿਹੜਾ ਦੁਨੀਆ ਨੂੰ ਰਾਹ ਦਿਖਾਵੇ, ਦੁਨੀਆ ਨੂੰ ਮਾਰਗਦਰਸ਼ਕ ਦਿਖਾ ਰਿਹਾ। ਇਸ ਵਾਸਤੇ ਤੁਸੀਂ ਇਹ ਮਤਾ ਸਮਝੋ ਕਿ ਅਸੀਂ ਬਾਰਡਰ ਤੇ ਬੈਠੇ ਇੱਥੇ ਕੀ ਕਰਦੇ ਆ। ਕਈ ਨੌਜਵਾਨ ਕਹਿ ਦਿੰਦੇ ਆ, ਸਿੰਘ ਸਾਹਿਬ ਕੀ ਕਰਦੇ ਆ। ਮੈਂ ਕਿਹਾ ਤੁਸੀਂ ਇਹ ਨਾ ਸਮਝੋ ਕੀ ਕਰਦੇ ਆ, ਤੁਸੀਂ ਯੁੱਧ ਦੇ ਵਿੱਚ ਬੈਠੇ ਹੋ, ਡਟੇ ਰਹੋ। ਤੁਸੀਂ ਇੱਕ ਸੰਘਰਸ਼ ਵਿੱਚ ਬੈਠੇ ਹੋ, ਸੇਵਾ ਕਰੋ, ਇੱਕ ਦੂਜੇ ਨਾਲ ਭਾਈਚਾਰਾ ਬਣਾ ਕੇ ਰੱਖੋ। ਔਰ ਇਹਨਾਂ ਜੋ ਆਗੂ ਆਪਾਂ 31 ਚੁਣਿਆ, ਇਹਨਾਂ ਦੇ ਹੁਕਮ ਨਾਲ ਚੱਲੋ, ਇਹਨਾਂ ਦੇ ਨਾਲ ਕੰਧੇ ਨਾਲ ਕੰਧਾ ਬਣਾ ਕੇ ਚੱਲੋ। ਜਿਹੜੀ ਇੱਥੋਂ ਲੌਸਮੈਂਟ ਹੁੰਦੀ ਸੁਣੋ, ਉਹਨੂੰ ਨਿਭਾਓ। ਇਹਦੇ ਵਿੱਚ ਹੀ ਆਪਣੀ ਜਿੱਤ ਹੈ, ਆਪਣੀ ਏਕਤਾ ਹੀ ਵੱਡੀ ਸ਼ਕਤੀ ਹੈ। ਇਹ ਸ਼ਕਤੀ ਤੁਹਾਨੂੰ ਜਿੱਤ ਦੀਆਂ ਦਲੀਜਾਂ ਤੇ ਲੈ ਕੇ ਜਾਵੇਗੀ। ਇਹਨਾਂ ਕੁਝ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ, ਸਾਰੇ ਹੀ ਪ੍ਰਬੰਧਕਾਂ ਦਾ ਦਾਸ ਤਹਿ ਦਿਲੋਂ ਧੰਨਵਾਦ ਕਰਦਾ ਹੈ, ਜਿਹੜੇ ਬੜੀ ਸਿਆਣਪ ਦੇ ਨਾਲ, ਅਡੋਲਤਾ ਦੇ ਨਾਲ, ਦੂਰ ਦ੍ਰਿਸ਼ਟੀ ਦੇ ਨਾਲ ਸਾਰਾ ਸੰਘਰਸ਼ ਵੀ ਚਲਾ ਰਹੇ ਨੇ, ਸਟੇਜ ਵੀ ਚਲਾ ਰਹੇ ਨੇ, ਤੇ ਸੰਗਤਾਂ ਵੀ ਉਸੇ ਤਰ੍ਹਾਂ ਦਿਲ ਖੋਲ ਕੇ ਸਹਿਯੋਗ ਦੇ ਰਹੀਆਂ। ਸਭ ਸੰਗਤਾਂ ਦਾ, ਸਭ ਸੰਪਰਦਾਵਾਂ ਦਾ, ਸਾਧੂ ਮਹਾਤਮਾ ਦਾ, ਸੇਵਾ ਚੈਰਿਟੀਆਂ ਦਾ, ਜਥੇਬੰਦੀਆਂ ਦਾ, ਜਿੱਥੇ ਜਿੱਥੇ ਵੀ ਸੇਵਾ ਕਰ ਰਹੇ, ਪਤਾ ਹੀ ਨਹੀਂ ਸਾਨੂੰ ਤੱਕ ਕਿੰਨੀ ਸੇਵਾ ਕਰ ਰਹੇ ਆ। ਤੁਸੀਂ ਕੰਬਲਾਂ ਦੀ ਕਰ ਰਹੇ ਆ ਕਿ ਟਾਇਲਟਾਂ ਦੀ ਕਰ ਰਹੇ ਆ, ਤੁਸੀਂ ਟੁੱਥਬ੍ਰਸ਼ ਦੇ ਰਹੇ ਹੋ ਕਿ ਤੁਸੀਂ ਸੂਟ ਲਿਆ ਰਹੇ, ਪਤਾ ਹੀ ਨਹੀਂ ਕਿੰਨੇ ਕਿਸਮ ਦੀ ਸੇਵਾ ਹੈ। ਸਮੁੱਚੇ ਰੂਪ 'ਚ ਤੁਹਾਡਾ ਸਭ ਦਾ ਧੰਨਵਾਦ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਤੁਹਾਡੀ ਸੇਵਾ ਨੂੰ ਵੀ ਤੇ ਤੁਹਾਡੀ ਕਮਾਈ ਨੂੰ ਵੀ ਸਫਲਿਆ ਕਰਨ ਤੇ ਆਪਾਂ ਨੂੰ ਜਿੱਤ ਦੀਆਂ ਖੁਸ਼ੀਆਂ ਬਖਸ਼ਣ। ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਨੇ ਆਪ ਜੀਆਂ ਨੂੰ ਜੋ ਲਸਾਨੀ ਸ਼ਹਾਦਤ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਛੋਟੇ ਸਾਹਿਬਜ਼ਾਦਿਆਂ ਦੇ ਪਰਥਾਏ ਔਰ ਧੰਨ ਮਾਤਾ ਗੁਜਰ ਕੌਰ ਦੇ ਪਰਥਾਏ ਆਪ ਜੀਆਂ ਨੂੰ ਸਾਰਾ ਕੁਝ ਜਾਣਕਾਰੀ ਹਿੱਤ ਕਥਾ ਦੁਆਰਾ ਦੱਸਣਾ ਕੀਤਾ ਹੈ। ਸੋ ਸੰਗਤਾਂ ਇਸੇ ਤਰ੍ਹਾਂ ਪੰਡਾਲ ਵਿੱਚ ਸੱਜ ਕੇ ਬੈਠੀਆਂ ਰਹਿਣ। ਹੁਣ ਅਸੀਂ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੂੰ ਸਟੇਜ ਵੱਲੋਂ ਔਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਾਣ ਸਨਮਾਨਿਤ ਕਰਨਾ ਹੈ। ਸੁਰਪਾਓ ਦੇ ਕੇ ਮੈਂ ਬੇਨਤੀ ਕਰਾਂ ਸਰਦਾਰ ਕਿਰਪਾ ਸਿੰਘ ਜੀ, ਸਰਦਾਰ ਪਰਮਿੰਦਰ ਸਿੰਘ ਪਾਲ ਮਾਜਰਾ ਜੀ, ਸਰਦਾਰ ਸਤਨਾਮ ਸਿੰਘ ਸਾਨੀ ਜੀ, ਹਰਜੀਤ ਸਿੰਘ ਰਵੀ, ਓਂਕਾਰ ਸਿੰਘ ਜੀ ਗੌਲ, ਕੁਲਦੀਪ ਸਿੰਘ ਬਜੀਦਪੁਰ, ਮੁਕੇਸ਼ ਚੰਦਰ ਰਜਿੰਦਰ ਸਿੰਘ ਟਾਂਡਾ। ਇਹ बोले सोनिहाल, बोले सोनिहाल। किसान मजदूर एकता, किसान मजदूर एकता। पिछे तक पूरियां बाहां नहीं खड़ियां होंदियां। किसान मजदूर एकता, साडे हक, किसान मजदूर एकता। मोदी सरकार, मोदी सरकार, बहुत बहुत धन्यवाद।
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ। ਬਹੁਤ ਬਹੁਤ ਜਿੰਨੀਆਂ ਵੀ ਸੰਗਤਾਂ ਉਹਨਾਂ ਦੇ ਨਾਲ ਆਈਆਂ ਨੇ ਉਹਨਾਂ ਦਾ ਵੀ ਧੰਨਵਾਦ।